Hello students, today topics are grid substations and layout of 30/11 kV distribution substation with single bus bar system with sectionalization। ਇਹ ਦੋ ਟੌਪਿਕ ਆ ਜਿਹੜੇ ਆਪਾਂ ਡਿਸਕਸ ਕਰਨੇ ਹੈਗੇ ਆ। ਬਾਕੀ ਆਪਾਂ ਤਕਰੀਬਨ ਕਾਫੀ ਸਿਲੇਬਸ ਕਵਰ ਹੋ ਗਿਆ ਆਪਣਾ, ਤਕਰੀਬਨ ਕਹਿ ਸਕਦੇ ਹਾਂ ਤੁਸੀਂ ਕਿ 90% ਸਿਲੇਬਸ ਕਵਰ ਹੋ ਗਿਆ। ਹੁਣ ਥੋੜ੍ਹੇ ਛੋਟੇ ਟੌਪਿਕਸ ਹੈਗੇ ਆ, ਉਹ ਆਪਾਂ ਡਿਸਕਸ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਅਤੇ ਅੱਜ ਦੇ ਜਿਹੜੇ ਟੌਪਿਕ ਹੈਗੇ ਆ ਉਹ ਇਹ ਦੋ ਟੌਪਿਕ ਹੈਗੇ ਆ। ਇੱਕ ਤਾਂ ਹੈ ਗ੍ਰਿਡ ਸਬਸਟੇਸ਼ਨ ਅਤੇ ਦੂਜਾ ਹੈ ਲੇਆਊਟ ਆਫ 33/11 kV ਡਿਸਟਰੀਬਿਊਸ਼ਨ ਸਬ ਸਟੇਸ਼ਨ। ਠੀਕ ਹੈ ਜੀ। ਹੁਣ ਦੇਖੋ ਗ੍ਰਿਡ ਸਬਸਟੇਸ਼ਨਸ ਕੀ ਹੁੰਦੇ ਆ। ਪਹਿਲਾ ਹੁੰਦਾ ਗ੍ਰਿਡ ਸਬਸਟੇਸ਼ਨ, ਸਿੰਪਲ ਗ੍ਰਿਡ ਸਬਸਟੇਸ਼ਨ। ਇਹਨੂੰ ਆਪਾਂ ਕਹਿੰਦੇ ਹਾਂ ਕਿ ਵੈਨ ਨੰਬਰ ਆਫ ਜਨਰੇਟਿੰਗ ਸਟੇਸ਼ਨਸ ਆਰ ਕਨੈਕਟਡ ਟੂ ਈਚ ਅਦਰ ਥਰੂ ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਲਾਈਨਸ ਦੈਨ ਇਟ ਇਜ਼ ਕਾਲਡ ਗ੍ਰਿਡ ਸਬਸਟੇਸ਼ਨ। ਕਹਿੰਦਾ ਦ ਆਪਰੇਸ਼ਨ ਆਫ ਸੱਚ ਗ੍ਰਿਡ ਸਬਸਟੇਸ਼ਨ ਇਜ਼ ਕੰਟਰੋਲਡ ਫਰੋਮ ਏ ਲੋਡ ਸੈਂਟਰ। ਮਤਲਬ ਜਦੋਂ ਆਪਾਂ ਜਨਰੇਟਰਸ ਜਿਹੜੇ ਜਨਰੇਟਿੰਗ ਸਟੇਸ਼ਨਸ ਹੈਗੇ ਉਹਨਾਂ ਨੂੰ ਇੱਕ ਦੂਜੇ ਨਾਲ ਜੋੜਦੇ ਹੈਗੇ ਆ ਔਰ ਥਰੂ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਲਾਈਨਸ ਦੇ ਨਾਲ, ਮਤਲਬ ਜਿੱਦਾਂ ਸਮਝੋ 10 ਮਤਲਬ ਆਪਣੇ ਪੰਜਾਬ 'ਚ ਮੰਨ ਲੈਂਦੇ ਆਪਾਂ ਕਿ ਆਪਣੇ ਕੋਲ 10 ਸਬ ਸਟੇਸ਼ਨ ਜਨਰੇਟਿੰਗ ਸਟੇਸ਼ਨ ਹੈਗੇ ਆ, ਤਾਂ ਸਾਰਿਆਂ ਨੂੰ 10 ਨੂੰ ਆਪਾਂ ਆਪਸ 'ਚ ਜੋੜ ਦਈਏ। ਠੀਕ ਹੈ, ਟਰਾਂਸਮਿਸ਼ਨ ਲਾਈਨਸ ਦੇ ਨਾਲ, ਤਾਂ ਉਹ ਜਿਹੜਾ ਸਿਸਟਮ ਬਣੂਗਾ ਉਹਨੂੰ ਆਪਾਂ ਕਹਿੰਦੇ ਹਾਂ ਗ੍ਰਿਡ ਬਣ ਗਿਆ। ਇੱਕ ਮਤਲਬ ਆਪਸ 'ਚ ਇੰਟਰਕਨੈਕਟਡ ਹੋ ਗਏ ਸਾਰੇ ਜਿਹੜੇ ਸਬ ਜਨਰੇਟਿੰਗ ਸਟੇਸ਼ਨ ਹੈਗੇ ਥਰੂ ਟਰਾਂਸਮਿਸ਼ਨ ਲਾਈਨਸ। ਤਾਂ ਕਹਿੰਦਾ ਇਹਨਾਂ ਨੂੰ ਜਿਹੜਾ ਆਪਰੇਟ ਕਰਦਾ ਹੈਗਾ ਜਾਂ ਆਪਾਂ ਇਹਦਾ ਆਪਰੇਸ਼ਨ ਕਰਨਾ ਕਿਸ ਤਰ੍ਹਾਂ, ਕਿੱਦਾਂ, ਕਿਹੜਾ ਸਬ ਸਟੇਸ਼ਨ ਜਨਰੇਟਿੰਗ ਸਟੇਸ਼ਨ ਕਦੋਂ ਚਲਾਉਣਾ ਆ, ਕਿੰਨੀ ਲੋਡ 'ਤੇ ਚਲਾਉਣਾ ਹੈਗਾ, ਉਹ ਸਾਰਾ ਇੱਕ ਲੋਡ ਸੈਂਟਰ ਆਪਾਂ ਬਣਾ ਲੈਂਦੇ ਹਾਂ, ਸੈਂਟਰ ਪੁਆਇੰਟ ਬਣਾ ਲੈਂਦੇ ਹਾਂ ਸਾਰਾ ਕੁਛ, ਫਿਰ ਆਪਾਂ ਉੱਥੋਂ ਕੰਟਰੋਲ ਕਰਦੇ ਹਾਂ। ਇਹ ਪੂਰੇ ਸਿਸਟਮ ਨੂੰ ਆਪਾਂ ਗ੍ਰਿਡ ਕਹਿੰਦੇ ਹਾਂ। ਠੀਕ ਹੈ, ਹੁਣ ਇਹਦੇ ਵਿੱਚ ਇੱਕ ਸਿੰਪਲ ਗ੍ਰਿਡ ਮਤਲਬ ਲੋ ਵੋਲਟੇਜ ਗ੍ਰਿਡ ਹੁੰਦੇ ਆ, ਇੱਕ ਸੁਪਰ ਗ੍ਰਿਡ ਹੁੰਦੇ ਆ। ਸੁਪਰ ਗ੍ਰਿਡ ਸਬ ਸਟੇਸ਼ਨ ਕੀ ਹੁੰਦੇ ਦੇਖੋ, ਕਹਿੰਦਾ ਇਲੈਕਟ੍ਰੀਕਲ ਗ੍ਰਿਡ ਔਰ ਪਾਵਰ ਗ੍ਰਿਡ ਇਜ਼ ਡਿਫਾਈਨਡ ਐਜ਼ ਅ ਨੈਟਵਰਕ ਥਰੂ ਵਿਚ ਇੰਟਰਕਨੈਕਟ ਦਾ ਜਨਰੇਸ਼ਨ ਟਰਾਂਸਮਿਸ਼ਨ ਐਂਡ ਡਿਸਟ੍ਰੀਬਿਊਸ਼ਨ ਯੂਨਿਟਸ। ਮਤਲਬ ਆਪਾਂ ਪਹਿਲਾਂ ਪੜ੍ਹਿਆ ਕਿ ਆਪਾਂ ਗ੍ਰਿਡ ਕਹਿੰਦੇ ਕਿਹਨੂੰ, ਹਾਂ ਕਹਿੰਦਾ ਇਟ ਸਪਲਾਈਜ਼ ਦਾ ਇਲੈਕਟ੍ਰੀਕਲ ਪਾਵਰ ਫਰੋਮ ਜਨਰੇਟਿੰਗ ਯੂਨਿਟ ਟੂ ਡਿਸਟ੍ਰੀਬਿਊਸ਼ਨ ਯੂਨਿਟ। ਹੁਣ ਜਨਰੇਟਿੰਗ ਯੂਨਿਟ ਤੋਂ ਡਿਸਟ੍ਰੀਬਿਊਸ਼ਨ ਯੂਨਿਟ ਮੀਨਸ ਤੱਕ ਇਹ ਸਪਲਾਈ ਜਿਹੜੇ ਪਹੁੰਚਾਉਂਦੇ ਹੈਗੇ ਆ ਕਿਹੜੇ ਸੁਪਰ ਗ੍ਰਿਡ ਜਿਹੜੇ ਹੁੰਦੇ ਆ। ਕਹਿੰਦਾ ਲਾਰਜ ਅਮਾਊਂਟ ਆਫ ਪਾਵਰ ਇਜ਼ ਟਰਾਂਸਮਿਟਡ ਫਰੋਮ ਦਾ ਜਨਰੇਟਿੰਗ ਸਟੇਸ਼ਨ ਟੂ ਲੋਡ ਸੈਂਟਰ ਐਟ 220 kV ਔਰ ਹਾਇਰ। ਮਤਲਬ ਜਦੋਂ ਆਪਾਂ 220 kV ਤਾਂ ਉਸ ਤੋਂ ਉੱਪਰ ਦੀ ਵੋਲਟੇਜ ਨੂੰ ਆਪਾਂ ਟਰਾਂਸਮਿਟ ਕਰਦੇ ਹੈਗੇ ਆ ਜਾਂ ਆਪਸ ਵਿੱਚ ਜੋੜਦੇ ਹੈਗੇ ਉਹਨਾਂ ਨੂੰ ਸਬ ਸਟੇਸ਼ਨਸ ਨੂੰ। ਜਿਹੜੇ ਵੀ ਆਪਣੇ ਸਬ ਸਟੇਸ਼ਨ ਨਹੀਂ, ਜਿਹੜੇ ਵੀ ਜਨਰੇਟਿੰਗ ਸਟੇਸ਼ਨ ਆ ਜਿਹੜੇ ਕਿ 220 kV ਤੋਂ ਉੱਪਰ ਆਪਾਂ ਜਿੱਥੇ ਟਰਾਂਸਮਿਟ ਕਰਦੇ ਹੈਗੇ ਪਾਵਰ ਨੂੰ, ਉਸ ਪੂਰੇ ਸਿਸਟਮ ਨੂੰ ਆਪਾਂ ਕਹਿੰਦੇ ਹਾਂ ਸੁਪਰ ਗ੍ਰਿਡ। ਉਸ ਤੋਂ ਥੱਲੇ ਵਾਲੇ ਨੂੰ ਕਹਿੰਦੇ ਆ ਸਿੰਪਲ ਗ੍ਰਿਡ ਸਿਸਟਮ, ਅਤੇ ਜਿਹੜਾ ਉਸ ਤੋਂ ਉੱਪਰ ਚੱਲ ਜਾਂਦਾ ਉਹਨੂੰ ਕਹਿੰਦੇ ਸੁਪਰ ਗ੍ਰਿਡ ਸਿਸਟਮ, ਜਿਹੜਾ 220 kV ਤੋਂ ਉੱਪਰ ਦੀ ਲਾਈਨਸ ਦੇ ਵਿੱਚ ਕਨੈਕਟਡ ਹੁੰਦਾ ਹੈਗਾ। ਦਾ ਕਹਿੰਦਾ ਨੈਟਵਰਕ ਫਰੋਮ ਬਾਏ these high voltage lines is called the supergrid and supergrid feeds the substation network operating at 132 kV or less। ਤੇ ਇਹ ਜਿਹੜੇ ਹੁਣ ਸੁਪਰ ਗ੍ਰਿਡ ਹੁੰਦੇ ਆ, ਹੁਣ ਜਿੱਦਾਂ ਪਹਿਲਾਂ ਆਪਾਂ ਪੰਜਾਬ ਦੀ ਗੱਲ ਕਰਦੇ ਸੀ, ਹੁਣ ਆਪਾਂ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ। ਤੁਸੀਂ ਦੇਖਿਆ ਹੋਊਗਾ ਅੱਜ ਕੱਲ੍ਹ ਸਿਸਟਮ ਆਪਾਂ ਕਸ਼ਮੀਰ ਤੋਂ ਬਿਜਲੀ ਲੈਂਦੇ ਹਾਂ, ਕਸ਼ਮੀਰ ਨੂੰ ਦਿੰਦੇ ਹਾਂ, ਆਪਾਂ ਹਿਮਾਚਲ ਤੋਂ ਬਿਜਲੀ ਲੈਂਦੇ ਹਾਂ, ਹਿਮਾਚਲ ਨੂੰ ਦਿੰਦੇ ਹਾਂ, ਆਪਾਂ ਤਾਮਿਲਨਾਡੂ ਤੋਂ ਵੀ ਆਪਾਂ ਬਿਜਲੀ ਖਰੀਦ ਸਕਦੇ ਹੈਗੇ। ਸਾਰੇ ਸਿਸਟਮ ਪੂਰੇ ਇੰਡੀਆ ਦਾ ਸਿਸਟਮ ਜਿਹੜਾ ਆਪਸ 'ਚ ਇੱਕ ਦੂਜੇ ਨਾਲ ਜੁੜਿਆ ਹੋਇਆ 220 kV, ਕਿਉਂਕਿ ਦੇਖੋ ਡਿਸਟੈਂਸ ਬਹੁਤ ਜ਼ਿਆਦਾ ਆ। ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਟਰਾਂਸਮਿਸ਼ਨ ਵੋਲਟੇਜ ਕੀ ਹੁੰਦੀ ਆ, ਡਿਸਟ੍ਰੀਬਿਊਸ਼ਨ ਵੋਲਟੇਜ ਕੀ ਹੁੰਦੀ ਆ। ਜਦੋਂ ਆਪਾਂ ਡਿਸਟੈਂਸ ਬਹੁਤ ਜ਼ਿਆਦਾ ਹੋਵੇ ਤਾਂ ਆਪਾਂ ਹਾਈ ਵੋਲਟੇਜ 'ਤੇ ਜਦੋਂ ਟਰਾਂਸਮਿਟ ਕਰਦੇ ਹਾਂ ਤਾਂ ਘੱਟੋ ਘੱਟ 220 kV ਦੀ ਵੋਲਟੇਜ ਜਿਹੜੀ ਆ ਉਹ ਲੈ ਕੇ ਚੱਲਦੇ ਹਾਂ। ਤਾਂ ਇਸ ਕਰਕੇ ਉਹ ਜਿਹੜੀ ਇੰਨੀ ਹਾਈ ਵੋਲਟੇਜ 'ਤੇ ਆਪਾਂ ਜਦੋਂ ਇੱਕ ਦੂਜੇ ਸਿਸਟਮ ਨੂੰ ਜੋੜਦੇ ਹਾਂ, ਜਨਰੇਟਿੰਗ ਸਟੇਸ਼ਨਸ ਨੂੰ ਜੋੜਦੇ ਹਾਂ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸੁਪਰ ਗ੍ਰਿਡ। ਅਤੇ ਇਹਦਾ ਸਾਰਾ ਕੰਟਰੋਲ ਇੱਕ ਸੈਂਟਰ ਪੁਆਇੰਟ 'ਤੇ ਆਪਾਂ ਰੱਖਦੇ ਹਾਂ, ਜਿੱਥੋਂ ਕਿ ਆਪਾਂ ਪੂਰੇ ਸਿਸਟਮ ਨੂੰ ਫਿਰ ਫਰਦਰ ਕੰਟਰੋਲ ਕਰਦੇ ਹਾਂ। ਇਸ ਤਰ੍ਹਾਂ ਇਹ ਜਿਹੜਾ ਆ ਆਪਣਾ ਵਰਕ ਕਰਦਾ ਹੈਗਾ ਸੁਪਰ ਗ੍ਰਿਡ। ਦੋ ਤਰ੍ਹਾਂ ਦੇ ਹੁਣ ਸਬ ਸਟੇਸ਼ਨ ਹੋ ਗਏ, ਇੱਕ ਗ੍ਰਿਡ ਸਬ ਸਟੇਸ਼ਨ ਅਤੇ ਇੱਕ ਸੁਪਰ ਗ੍ਰਿਡ ਸਬ ਸਟੇਸ਼ਨ। ਇਸ ਤਰ੍ਹਾਂ ਇਹ ਜਿਹੜੀ ਗ੍ਰਿਡ ਹੁੰਦਾ, ਗ੍ਰਿਡ ਦਾ ਮਤਲਬ ਹੁੰਦਾ ਐਕਚੁਅਲ ਕਿ ਇੱਕ ਦੂਜੇ ਨੂੰ ਜੋੜਨਾ। ਹੁਣ ਆਪਾਂ ਡਿਸਕਸ ਕਰਦੇ ਹਾਂ ਐਡਵਾਂਟੇਜਸ ਆਫ ਗ੍ਰਿਡ ਸਬ ਸਟੇਸ਼ਨ। ਕੀ ਐਡਵਾਂਟੇਜਸ ਹੁੰਦੀਆਂ ਗ੍ਰਿਡ ਸਬ ਸਟੇਸ਼ਨ ਦੀਆਂ। ਦੇਖੋ ਪਹਿਲੀ ਐਡਵਾਂਟੇਜ ਕਹਿੰਦਾ ਦਾ ਇੰਟਰਕਨੈਕਟਡ ਗ੍ਰਿਡ ਇਨਕਰੀਜ਼ਿਜ਼ ਦਾ ਰਿਲਾਇਬਿਲਿਟੀ ਆਫ ਪਾਵਰ ਸਿਸਟਮ ਸਿਗਨੀਫਿਕੈਂਟਲੀ। ਮਤਲਬ ਜਿਹੜਾ ਸਿਸਟਮ ਆਪਣਾ, ਮਤਲਬ ਆਪਾਂ ਹੁਣ ਪਹਿਲਾਂ ਇੱਕ ਮਤਲਬ ਸਪੋਜ਼ ਕਰੋ ਆਪਾਂ ਇੱਕ 'ਤੇ ਚੱਲਦੇ ਸੀਗੇ, ਇੱਕ ਜਨਰੇਟਿੰਗ ਸਟੇਸ਼ਨ ਹੈਗਾ ਉੱਥੋਂ ਸਾਨੂੰ ਸਪਲਾਈ ਆਉਂਦੀ ਹੈ। ਸਪੋਜ਼ ਕਰੋ ਆਪਾਂ ਆਪਣੇ ਫਗਵਾੜੇ ਦੀ ਗੱਲ ਕਰਦੇ ਹਾਂ ਵੀ ਆਪਾਂ ਨੂੰ ਇੱਕ ਸਬ ਸਟੇਸ਼ਨ ਕੋਈ ਇੱਕ ਜਨਰੇਟਿੰਗ ਸਟੇਸ਼ਨ ਸੀ ਉੱਥੋਂ ਸਪਲਾਈ ਆਉਂਦੀ ਹੈ ਨਾ। ਪਰ ਮੰਨ ਲਓ ਕਿ ਉਸ ਗ੍ਰਿਡ ਦੇ ਵਿੱਚ ਉਸ ਸਿਸਟਮ ਦੇ ਵਿੱਚ ਕੋਈ ਫਰਕ ਪੈ ਜਾਵੇ, ਜਿਹੜਾ ਜਿੱਥੋਂ ਆਪਾਂ ਨੂੰ ਸਪਲਾਈ ਆਉਂਦੀ ਆ ਕੋਈ ਫਾਲਟ ਪੈ ਗਿਆ ਜਾਂ ਕੋਈ ਨੁਕਸ ਪੈ ਗਿਆ, ਕਿਸੇ ਵੀ ਕਾਰਨ ਕਰਕੇ ਸਪਲਾਈ ਬੰਦ ਹੋ ਗਈ, ਤਾਂ ਆਪਣਾ ਤਾਂ ਸਿਸਟਮ ਸਾਰਾ ਬੰਦ ਹੋ ਜਾਏਗਾ, ਫਗਵਾੜੇ ਦੀ ਸਪਲਾਈ ਦਾ ਸਿਸਟਮ। ਠੀਕ ਹੈ ਨਾ।
इस करके अगर आप एक ਜਾਂ 2 ਜਾਂ 3 ਜਾਂ आपस 5-7 ਜਨਰੇਟਿੰਗ ਸਟੇਸ਼ਨ ਜੋੜਿਆ ਹੋਊਗਾ, ਮੰਨ ਲਓ ਇੱਕ 'ਚ ਕੋਈ ਫਾਲਟ ਪੈ ਗਿਆ ਤਾਂ ਆਪਾਂ ਨੂੰ ਜਿਹੜਾ ਦੂਸਰੇ ਪਾਸੇ ਵਾਲਾ ਆ ਉਹ दूसरे पासों आप सप्लाई ले सकते, मतलब साडा सिस्टम रिलायबल हो गया। मतलब एक अगर फेल हो जाऊगा सिस्टम तो दूजे सिस्टम तो सप्लाई ली जा सकती है। कहता देखो अगे डिटेल च भी दसदा, इन केस ऑफ फेलियर ऑफ एनी जनरेटिंग स्टेशन द नैटवर्क ग्रिड विल शेयर द लोड ऑफ दैट जनरेटिंग प्लांट, इनक्रीज रिलायबिलिटी इज़ द मोस्ट सिग्निफिकेंट एडवांटेजिज ऑफ ग्रिड सिस्टम। मतलब रिलायबल हो जाता। मेन कह सकते हैं कि पहली एडवांटेज यदि की है कि यह जो सिस्टम आ ग्रिड सिस्टम आ मोर रिलायबल दैन सिंपल सबस्टेशनस। ਹੁਣ ਦੇਖੋ ਦੂਜੀ ਐਡਵਾਂਟੇਜ ਕੀ ਆ, ਕਹਿੰਦਾ ਕਿ ਦ ਅਰੇਂਜਮੈਂਟ ਕੈਨ ਐਕਸਚੇਂਜ ਦਾ ਪੀਕ ਲੋਡ ਆਫ ਏ ਪਲਾਂਟ ਇਨ ਕੇਸ ਆਫ ਇੰਡੀਵਿਜੂਅਲ ਆਪਰੇਸ਼ਨ ਆਫ ਏ ਜਨਰੇਟਿੰਗ ਸਟੇਸ਼ਨ, if the peak load increases beyond the capacity of the generating station, we have to impose partial load shedding on the system। ਕੀ ਕਹਿੰਦਾ ਹੈ ਕਿ ਜਦੋਂ ਕਹਿੰਦਾ ਕਿ ਆਪਾਂ ਕੀ ਕਰ ਸਕਦੇ ਹਾਂ ਕਿ ਜਦੋਂ ਸਪੋਜ਼ ਕਰੋ ਆਪਾਂ ਇੱਕ ਯੂਨਿਟ ਆਪਣੇ ਕੋਲ ਲੱਗਾ ਹੋਇਆ, ਮਤਲਬ ਇੱਕ ਸਬ ਸਟੇਸ਼ਨ ਜਨਰੇਟਿੰਗ ਸਟੇਸ਼ਨ ਆਪਣੇ ਕੋਲ ਹੈਗਾ, ਇੱਕੋ ਦੇ ਨਾਲ ਹੀ ਆਪਾਂ ਸਾਰਾ ਲੋਡ ਜਿਹੜਾ ਸ਼ੇਅਰ ਕਰਦੇ ਹੈਗੇ ਆ ਜੋ ਸਾਡੇ ਕੰਜ਼ਿਊਮਰ ਹੈਗਾ। ਅਤੇ ਮੰਨ ਲਓ ਕਿ ਅਸੀਂ ਪੀਕ ਲੋਡ 'ਚ ਜਾ ਰਹੇ ਹੈਗੇ ਆ, ਸਾਡਾ ਪੀਕ ਲੋਡ ਤੋਂ ਜ਼ਿਆਦਾ ਲੋਡ ਹੋਰ ਵੱਧ ਰਿਹਾ, ਤਾਂ ਸਾਨੂੰ ਕੀ ਕਰਨਾ ਪੈਂਦਾ ਹੈ, ਅਗਰ ਆਪਾਂ ਗ੍ਰਿਡ ਦੇ ਵਿੱਚ ਨਹੀਂ ਆ ਤਾਂ ਸਾਨੂੰ ਮਜਬੂਰਨ ਉਸ ਪਰਟੀਕੂਲਰ ਜਨਰੇਟਿੰਗ ਸਟੇਸ਼ਨ ਦੀ ਲੋਡ ਸ਼ੇਡਿੰਗ ਕਰਨੀ ਪੈਂਦੀ ਹੈ। ਮਤਲਬ ਲੋਡ ਨੂੰ ਆਫ ਕਰਨਾ ਪੈਂਦਾ ਥੋੜ੍ਹਾ ਲੋਡ, ਤਾਂ ਕਿ ਸਾਡਾ ਜਿਹੜਾ ਪੀਕ ਲੋਡ ਸਾਡੇ ਜਨਰੇਟਰ 'ਤੇ ਜ਼ਿਆਦਾ ਲੋਡ ਨਾ ਪਵੇ। ਇਹ ਮਤਲਬ ਮੇਨ ਸਾਡੀ ਪ੍ਰੋਬਲਮ ਹੈਗੀ ਅਗਰ ਆਪਾਂ ਸਿੰਗਲ ਯੂਨਿਟ ਚਲਾਉਂਦੇ ਹਾਂ, ਇੱਕ ਯੂਨਿਟ ਦੇ ਨਾਲ ਹੀ ਕੰਮ ਚਲਾਉਂਦੇ ਹੈਗੇ, ਇੱਕ ਸਬ ਜਨਰੇਟਿੰਗ ਸਟੇਸ਼ਨ ਦੇ ਨਾਲ ਚਲਾਉਂਦੇ। ਪਰ ਜਦੋਂ ਆਪਾਂ ਗ੍ਰਿਡ 'ਚ ਚੱਲ ਜਾਂਦੇ ਹਾਂ ਫਿਰ ਕੀ ਹੁੰਦਾ, ਕਹਿੰਦਾ ਬਟ ਵੈਨ ਵੀ ਕਨੈਕਟ ਦਾ ਜਨਰੇਟਿੰਗ ਸਟੇਸ਼ਨ ਟੂ ਏ ਗ੍ਰਿਡ ਸਿਸਟਮ ਦਾ ਗ੍ਰਿਡ ਕੈਰੀਜ਼ ਦਾ ਐਕਸਟਰਾ ਲੋਡ ਆਫ ਦਾ ਸਟੇਸ਼ਨ। ਹੁਣ ਆਪਾਂ ਗ੍ਰਿਡ ਨਾਲ ਜੁੜੇ ਹੋਏ, ਸਪੋਜ਼ ਕਰੋ ਸਾਡਾ ਜਨਰੇਟਿੰਗ ਸਟੇਸ਼ਨ ਜਿਹੜਾ ਛੋਟਾ ਸੀਗਾ, ਅਸੀਂ ਚਾਹੁੰਦੇ ਹਾਂ ਕਿ ਹੁਣ ਸਾਡਾ ਲੋਡ ਵੱਧ ਗਿਆ ਪਰ ਅਸੀਂ ਲੋਡ ਸ਼ੇਡ ਨਾ ਕਰੀਏ, ਤਾਂ ਆਪਾਂ ਕੀ ਕਰਦੇ ਹਾਂ ਕਿਸੇ ਦੂਸਰੇ ਜਨਰੇਟਰ ਜਿਹੜਾ ਕਿ ਨਾਲ ਸਾਡੇ ਨਾਲ ਗ੍ਰਿਡ 'ਚ ਜੁੜਿਆ ਉਹਦੇ ਨਾਲ ਲੋਡ ਸ਼ੇਅਰਿੰਗ ਕਰ ਲੈਂਦੇ ਆ, ਵੀ ਕੁਛ ਲੋਡ ਉੱਤੇ ਪਾ ਦਿੰਦੇ ਆ, ਬਾਕੀ ਸਾਡਾ ਜਨਰੇਟਰ ਜਿਹੜਾ ਉਹ ਲੋਡ ਚੱਕਦਾ ਹੈਗਾ। ਇਸ ਦਾ ਕੀ ਕਹਿੰਦਾ, ਦੇयर इज़ नो नीड फॉर पार्शल लोड शेडिंग और नो नीड फॉर इनहांसमेंट ऑफ द कैपेसिटी ऑफ दैट पर्टिकुलर जनरेटर। ਹੁਣ ਮਤਲਬ ਜੇ ਆਪਾਂ ਗ੍ਰਿਡ ਦੇ ਨਾਲ ਜੁੜ ਗਏ ਨਾ ਤਾਂ ਸਾਨੂੰ ਲੋਡ ਸ਼ੇਡਿੰਗ ਦੀ ਲੋੜ ਹੈਗੀ ਵੀ ਲੋਡ ਸ਼ੇਡ ਕਰ ਦਿਓ, ਵੀ ਲੋਡ ਨੂੰ ਆਫ ਕਰ ਦਿਓ, ਵੀ ਨਹੀਂ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ। ਤਾਂ ਨਾ ਹੀ ਸਾਨੂੰ ਵੀ ਆਪਾਂ ਯਾਰ ਵਾਰ ਪ੍ਰੋਬਲਮ ਆਉਂਦੀ ਆਪਾਂ ਇੱਕ ਜਨਰੇਟਿੰਗ ਸੈੱਟ ਜਿਹੜਾ ਇੱਕ ਹੋਰ ਲਾ ਲਈਏ ਆਪਣੇ ਪਾਵਰ ਹਾਊਸ ਦੇ ਵਿੱਚ, ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਕਿਉਂਕਿ ਆਪਾਂ ਲੋਡ ਸ਼ੇਅਰ ਕੀਤਾ ਹੋਇਆ ਗ੍ਰਿਡ ਦੇ ਨਾਲ। ਠੀਕ ਹੈ, ਜੇ ਸਾਨੂੰ ਲੋੜ ਆ ਆਪਾਂ ਉਹਨਾਂ ਕੋਲ ਲੋਡ ਲੈ ਲੈਂਦੇ ਹਾਂ। ਜੇ ਸਾਡਾ ਜਨਰੇਟਰ ਜਿਹੜਾ ਨੋ ਲੋਡ 'ਤੇ ਚੱਲ ਰਿਹਾ, ਘੱਟ ਲੋਡ 'ਤੇ ਚੱਲੇ, ਤਾਂ ਜਦੋਂ ਉਹਨਾਂ ਨੂੰ ਲੋੜ ਆ ਤਾਂ ਅਸੀਂ ਉਹਨਾਂ ਨੂੰ ਸਪਲਾਈ ਜਿਹੜੀ ਉਸ ਜਨਰੇਟਰ ਤੋਂ ਦੇ ਦੇਣਾ। ਮਤਲਬ ਇਸ ਤਰ੍ਹਾਂ ਇਹ ਆਪਾਂ ਲੋਡ ਸ਼ੇਅਰਿੰਗ ਕਰ ਸਕਦੇ ਹਾਂ ਆਰਾਮ ਨਾਲ। ਇਹ ਗ੍ਰਿਡ ਦੇ ਵਿੱਚ ਇੱਕ ਸਾਨੂੰ ਦੂਜੀ ਐਡਵਾਂਟੇਜ ਜਿਹੜੀ ਆ ਮਿਲ ਜਾਂਦੀ ਹੈਗੀ ਆ। ਹੁਣ ਦੇਖੋ ਤੀਜੀ ਵਿੱਚ ਕੀ ਕਹਿ ਰਿਹਾ, ਕਹਿੰਦਾ ਸਮਟਾਈਮਸ ਦੇਅਰ ਆਰ ਨੰਬਰਸ ਆਫ ਇਨਐਫੀਸ਼ੀਐਂਟ ਓਲਡ ਜਨਰੇਟਿੰਗ ਸਟੇਸ਼ਨ ਅਵੇਲੇਬਲ ਵਿਦ ਦ ਜਨਰੇਟਿੰਗ ਅਥਾਰਟੀ ਵਿਚ ਦੇ ਕੈਨ ਨਾਟ ਰਨ ਇਨ ਕੰਟੀਨਿਊਸ ਬੇਸਿਸ ਫਰੋਮ ਦਾ ਕਮਰਸ਼ੀਅਲ ਪੁਆਇੰਟ ਆਫ ਵਿਊ। ਮਤਲਬ ਕਈ ਵਾਰੀ ਕੀ ਹੁੰਦਾ ਕਿ ਆਪਣੇ ਕੋਲ ਬਹੁਤ ਪੁਰਾਣੀ ਮਸ਼ੀਨਰੀ ਆ ਜਾਂ ਬਹੁਤ ਪੁਰਾਣੇ ਜਨਰੇਟਿੰਗ ਸਟੇਸ਼ਨਸ ਆਪਣੇ ਕੋਲ ਲੱਗੇ, ਉਹਦੇ ਵਿੱਚ ਮਸ਼ੀਨ ਜਿਹੜੀ ਬਹੁਤ ਪੁਰਾਣੀ ਆ, ਉਹਦੀ ਐਫੀਸ਼ੀਐਂਸੀ ਜਿਹੜੀ ਆ ਉਹ ਘੱਟ ਗਈ ਹੋਈ ਆ, ਮਤਲਬ ਉਹ ਐਫੀਸ਼ੀਐਂਟ ਨਹੀਂ ਹੈਗੀ। ਆਪਾਂ ਅਗਰ ਆਪਾਂ ਨੂੰ ਚਲਾਉਂਦੇ ਹਾਂ ਜਾਂ ਆਪਾਂ ਉਹਦੇ ਕੋਲ ਲੋਡ ਜਨਰੇਟ ਕਰਵਾ ਕੇ ਆਪਾਂ ਡਿਸਟਰੀਬਿਊਟ ਕਰਦੇ ਹਾਂ ਤਾਂ ਸਾਨੂੰ ਇਕਨੋਮਿਕਲੀ ਉਹ ਫਿੱਟ ਨਹੀਂ ਬੈਠਦਾ ਕਿਉਂਕਿ ਉਹਦੀ ਐਫੀਸ਼ੀਐਂਸੀ ਨਾ ਹੋਣ ਕਰਕੇ ਖਰਚੇ ਜ਼ਿਆਦਾ, ਅਤੇ ਲੇਕਿਨ ਮਸ਼ੀਨ ਜਿਹੜੀ ਆ ਉਹ ਜਨਰੇਟਰ ਜਿਹੜਾ ਉਹ ਪਾਵਰ ਘੱਟ ਜਨਰੇਟ ਕਰ ਰਿਹਾ ਹੈਗਾ, ਮਤਲਬ ਸਾਨੂੰ ਕਮਰਸ਼ਲੀ ਉਹ ਫਿੱਟ ਨਹੀਂ ਬੈਠਦੀ। ਉਸ ਕੇਸ 'ਚ ਆਪਾਂ ਕੀ ਕਰਦੇ ਹਾਂ, ਕਹਿੰਦਾ ਇਫ ਦਾ ਐਂਟਾਇਰ ਲੋਡ ਆਫ ਦਾ ਸਿਸਟਮ ਐਕਸੀਡਸ ਦਾ ਗ੍ਰਿਡ ਕਪੈਸਿਟੀ ਦੈਨ ਦਾ ਜਨਰੇਟਿੰਗ ਅਥਾਰਟੀ ਕੈਨ ਰਨ ਦੀਜ਼ ਓਲਡ ਐਂਡ ਇਨਐਫੀਸ਼ੀਐਂਟ ਪਲਾਂਟਸ ਫॉर ਅ ਸ਼ਾਰਟ ਡਿਊਰੇਸ਼ਨ ਟੂ ਮੀਟ ਦਾ ਐਕਸੈਸ ਡਿਮਾਂਡ ਆਫ ਦਾ ਨੈਟਵਰਕ। ਜਿੱਦਾਂ ਮਤਲਬ ਕਹਿ ਸਕਦੇ ਹਾਂ ਆਪਾਂ ਪਿੱਛੇ ਪੜਿਆ ਪੀਕ ਲੋਡ, ਬੇਸ ਲੋਡ, ਤੁਸੀਂ ਇਹਨੂੰ ਸਿੰਪਲੀ ਇਹ ਕਹਿ ਸਕਦੇ ਹਾਂ ਕਿ ਜਿਹੜੇ ਜਨਰੇਟਰ ਜਿਹੜੇ ਪੁਰਾਣੇ ਆ ਜਿਹੜਾ ਕਿ ਸਾਨੂੰ ਐਫੀਸ਼ੀਐਂਟ ਨਹੀਂ ਹੈਗੇ ਨੇ, ਉਹਨਾਂ ਨੂੰ ਆਪਾਂ ਪੀਕ ਲੋਡ ਦੇ ਵਿੱਚ ਥੋੜ੍ਹੇ ਟਾਈਮ ਲਈ ਚਲਾ ਸਕਦੇ। ਮੰਨ ਲਓ ਆਪਣੇ ਕੋਲ ਜਿਹੜੀ ਲੋਡ ਕਰ ਬਣਦੀ ਹੈਗੀ ਆ ਉਹਦੇ ਵਿੱਚ 2 ਘੰਟੇ ਲਈ ਸਾਡਾ ਪੀਕ ਲੋਡ ਚੱਲਦਾ ਪਿਆ। ਹੁਣ ਜਿਹੜੇ ਪੁਰਾਣੇ ਜਨਰੇਟਰਸ ਨੇ ਉਹਨਾਂ ਨੂੰ ਆਪਾਂ ਸ਼ਟ ਆਫ ਰੱਖਾਂਗੇ ਬਾਕੀ ਸਾਰੇ ਸਿਸਟਮ ਦੇ ਵਿੱਚ, ਲੇਕਿਨ ਉਹਨਾਂ 2 ਘੰਟਿਆਂ ਲਈ ਆਪਾਂ ਉਹ ਜਨਰੇਟਰ ਜਿਹੜੇ ਚਲਾ ਕੇ ਉਹਦੀ ਆਪਾਂ ਜਿਹੜੀ ਸਪਲਾਈ ਆ ਉਹ ਪੂਰੀ ਕਰ ਦਿਆਂਗੇ ਤਾਂ ਕਿ ਸਾਡਾ ਸਿਸਟਮ ਵੀ ਐਫੀਸ਼ੀਐਂਟ ਰਹੇ ਅਤੇ ਸਾਡੇ ਖਰਚੇ ਵੀ ਘੱਟ ਹੋਣ। ਇਸ ਤਰ੍ਹਾਂ ਆਪਾਂ ਇਹ ਜਿਹੜੇ 5, 7, 10, 20, 25 ਜਾਂ ਪੂਰੇ ਇੰਡੀਆ ਦੇ ਵਿੱਚ ਆਪਾਂ ਜਿਹੜਾ ਗ੍ਰਿਡ ਬਣਾਇਆ ਹੋਇਆ ਉਹਦੇ 'ਚ ਆਪਾਂ ਇੱਦਾਂ ਇਹ ਵੇਰੀਏਸ਼ਨ ਕਰਦੇ ਰਹਿੰਦੇ ਹਾਂ ਕਿ ਜਿਹੜੇ ਪੁਰਾਣੇ ਸਿਸਟਮ ਆ ਉਹਨਾਂ ਨੂੰ ਆਪਾਂ ਪੀਕ ਲੋਡ 'ਚ ਚਲਾਉਂਦੇ ਹਾਂ, ਜਿਹੜਾ ਨਵਾਂ ਸਿਸਟਮ ਆ ਉਹਨਾਂ ਨੂੰ ਆਪਾਂ ਬੇਸ ਲੋਡ 'ਤੇ ਚਲਾਉਂਦੇ, ਕਿਉਂਕਿ ਬੇਸ ਲੋਡ 'ਤੇ ਜਿਹੜਾ ਸਾਡੇ ਜਨਰੇਟਰਸ ਨੇ ਉਹ 24 ਆਵਰਸ ਚੱਲਣੇ ਹੁੰਦੇ ਆ। ਇਸ ਕਰਕੇ ਅਗਰ ਆਪਾਂ ਇਨਐਫੀਸ਼ੀਐਂਟ ਜਿਹੜੇ ਆ ਜਨਰੇਟਿੰਗ ਸੈੱਟ 24 ਆਵਰਸ ਦੇ ਲਈ ਚਲਾਵਾਂਗੇ ਤਾਂ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਔਰ ਸਾਡੀ ਕਾਸਟ ਜ਼ਿਆਦਾ ਵੱਧ ਜਾਏਗੀ ਅਤੇ ਜਿਹਨੂੰ ਆਪਾਂ ਕਹਿੰਦੇ ਲਾਗਤ ਜ਼ਿਆਦਾ ਹੋ ਜਾਏਗੀ ਅਤੇ ਪਰ ਪ੍ਰੋਫਿਟ ਜਿਹੜਾ ਉਹ ਬਿਲਕੁਲ ਨਹੀਂ ਹੋਏਗਾ। ਇਸ ਤਰ੍ਹਾਂ ਇਹ ਆਪਾਂ ਗ੍ਰਿਡ ਦੇ ਵਿੱਚ ਸਾਨੂੰ ਇੱਕ ਫਾਇਦਾ ਹੋ ਜਾਂਦਾ ਕਿ ਆਪਾਂ ਨਵੀਂ ਪੁਰਾਣੀ ਮਸ਼ੀਨਰੀ ਨੂੰ ਉਸ ਟਾਈਮਿੰਗ ਦੇ ਹਿਸਾਬ ਨਾਲ ਚਲਾ ਸਕਦੇ ਹੈਗੇ।
ਹੁਣ ਦੇਖੋ ਇਹਦੇ ਵਿੱਚ ਕੀ ਕਹਿ ਰਿਹਾ ਦਾ ਗ੍ਰਿਡ ਕਵਰਸ ਏ ਲਾਰਜ ਨੰਬਰ ਆਫ ਕੰਜ਼ਿਊਮਰਸ। ਹੁਣ ਮਤਲਬ ਜਿਹੜਾ ਗ੍ਰਿਡ ਸਿਸਟਮ ਬਣਿਆ ਹੋਇਆ ਉਹਦੇ ਵਿੱਚ ਜਿਹੜੇ ਕੰਜ਼ਿਊਮਰਸ ਨੇ ਉਹ ਵੀ ਬਹੁਤ ਜ਼ਿਆਦਾ ਲਾਰਜ ਨੰਬਰ ਦੇ ਵਿੱਚ ਹੋ ਜਾਂਦੇ ਆ। ਸਪੋਜ਼ ਕਰੋ ਆਪਾਂ ਪੰਜਾਬ ਨੂੰ ਹਰਿਆਣੇ ਨਾਲ ਜੋੜ ਦਿੰਦੇ ਹਾਂ ਤਾਂ ਪਹਿਲਾਂ ਕੰਜ਼ਿਊਮਰ ਇਕੱਲੇ ਪੰਜਾਬ ਦੇ ਸੀ, ਹੁਣ ਉਹ ਗ੍ਰਿਡ ਬਣ ਗਿਆ, ਹੁਣ ਕੰਜ਼ਿਊਮਰ ਹਰਿਆਣੇ ਦੇ ਵੀ ਨਾਲ ਅਟੈਚ ਹੋ ਗਏ। ਕਹਿੰਦਾ ਕੰਜ਼ਿਊਮਰਸ ਦੈਨ ਦੈਟ ਆਫ ਐਨ ਇੰਡੀਵਿਜੂਅਲ ਜਨਰੇਟਿੰਗ ਸਟੇਸ਼ਨ, ਮਤਲਬ ਜ਼ਿਆਦਾ ਜਿਹੜੇ ਕੰਜ਼ਿਊਮਰ ਸਾਡੇ ਕੋਲ ਅਟੈਚ ਹੋ ਗਏ ਇੱਕ ਸਿੰਗਲ ਯੂਨਿਟ ਦੇ ਨਾਲੋਂ ਜਦੋਂ ਆਪਾਂ ਡਬਲ ਯੂਨਿਟ ਕਰ ਦਿੰਦੇ ਹਾਂ ਤਾਂ ਕੰਜ਼ਿਊਮਰ ਵੀ ਵੱਧ ਜਾਂਦੇ ਆ। ਸੋ ਦਾ ਫਲਕਚੁਏਸ਼ਨ ਆਫ ਲੋਡ ਡਿਮਾਂਡ ਆਫ ਦਾ ਗ੍ਰਿਡ ਇਜ਼ ਮੱਚ ਲੈਸ ਦੈਨ ਦੈਟ ਆਫ ਏ ਸਿੰਗਲ ਜਨਰੇਟਿੰਗ ਪਲਾਂਟ। ਹੁਣ ਲੋਡ ਫਲਕਚੁਏਸ਼ਨ ਦਾ ਮਤਲਬ ਹੁੰਦਾ ਕਿ ਆਪਾਂ ਅਗਰ ਇੱਕ ਯੂਨਿਟ ਚਲਾਉਂਦੇ ਹਾਂ ਸਪੋਜ਼ ਕਰੋ ਤਾਂ ਕਦੀ ਤਾਂ ਸਾਨੂੰ ਬਿਲਕੁਲ ਨੋ ਲੋਡ 'ਤੇ ਚਲਾਉਣਾ ਪੈਂਦਾ ਹੈਗਾ, ਜਦੋਂ ਤਾਂ ਕਈ ਵਾਰ ਉਹਨੂੰ ਸਾਨੂੰ ਪੂਰੇ ਫੁੱਲ ਲੋਡ 'ਤੇ ਉੱਤੇ ਜਾ ਕੇ ਚਲਾਉਣਾ ਪੈਂਦਾ ਹੈ। ਮਤਲਬ ਲੋਡ ਫਲਕਚੁਏਸ਼ਨ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ ਅਗਰ ਸਿੰਗਲ ਯੂਨਿਟ ਆਪਾਂ ਯੂਜ਼ ਕਰਦੇ ਹਾਂ। That means the load imposed on the generating station from a grid is much consistent much consistent ਦਾ ਮਤਲਬ ਹੁੰਦਾ ਕਿ ਹੁਣ ਆਪਾਂ ਗ੍ਰਿਡ ਨੂੰ ਅਗਰ ਚਲਾਉਂਦੇ ਹਾਂ ਤਾਂ ਸਾਡਾ ਲੋਡ ਜਿਹੜਾ ਜ਼ਿਆਦਾ ਕੌਂਸਟੈਂਟ ਵੈਲਿਊ ਦੇ ਰਹਿੰਦਾ ਹੈਗਾ, ਮਤਲਬ ਪੂਰੇ ਗ੍ਰਿਡ ਦਾ ਜਿਹੜਾ ਡਿਪੈਂਡਿੰਗ ਔਨ ਦਾ ਕੰਸਿਸਟੈਂਸੀ ਆਫ ਦਾ ਲੋਡ ਵੀ ਕੈਨ ਚੂਜ਼ ਦਾ ਇੰਸਟਾਲਡ ਕਪੈਸਿਟੀ ਆਫ ਦਾ ਜਨਰੇਟਿੰਗ ਸਟੇਸ਼ਨ ਇਨ ਸੱਚ ਏ ਮੈਨਰ। ਧਿਆਨ ਨਾਲ ਸੁਣੋ, ਹੁਣ ਇਨ ਸੱਚ ਏ ਮੈਨਰ ਮਤਲਬ ਆਪਾਂ ਹੁਣ ਉਹਨੂੰ ਮੈਕਸਿਮਮ ਕਪੈਸਿਟੀ ਨੂੰ ਇਸ ਹਿਸਾਬ ਨਾਲ ਸਿਲੈਕਟ ਕਰਦੇ ਹਾਂ। ਦਾ ਪਲਾਂਟ ਕੈਨ ਰਨ ਵਿਦ ਨੀਅਰਲੀ ਇਟਸ ਫੁੱਲ ਕਪੈਸਿਟੀ ਫॉर ਏ ਸਿਗਨੀਫਿਕੈਂਟ ਪੀਰੀਅਡ ਆਫ ਟਾਈਮ ਡਿਊਰਿੰਗ ਈਚ ਡੇ। ਹੁਣ ਕਹਿੰਦਾ ਕਿ ਹੁਣ ਆਪਾਂ ਗ੍ਰਿਡ ਨਾਲ ਜੁੜੇ ਹੋਏ ਹਾਂ, ਹੁਣ ਸਾਨੂੰ ਪਤਾ ਕਿ ਸਪੋਜ਼ ਕਰੋ ਜਸਟ ਐਗਜ਼ਾਮਪਲ ਸਪੋਜ਼ ਕਰੋ ਕਿ ਅਸੀਂ ਇੱਕ 500 ਮੈਗਾਵਾਟ ਦਾ ਯੂਨਿਟ ਚਲਾ ਰਹੇ ਹਾਂ, ਲੋਡ ਲੈ ਰਹੇ ਹਾਂ ਪੂਰੇ ਮਤਲਬ ਆਪਣੇ ਕੰਜ਼ਿਊਮਰਸ ਦਾ, ਅਤੇ ਸਾਡੇ ਕੋਲ 100 ਮੈਗਾਵਾਟ ਦੇ 5 ਜਨਰੇਟਿੰਗ ਸਟੇਸ਼ਨ ਆਪਸ ਵਿੱਚ ਜੁੜੇ ਹੋਏ ਆ। ਹੁਣ ਕਿਸੇ ਟਾਈਮ ਮੰਨ ਲਓ ਕਿ ਅਗਰ ਉਹ ਸਿੰਗਲ ਆਪਾਂ 500 ਮੈਗਾਵਾਟ ਦਾ ਯੂਨਿਟ ਲੈਂਦੇ ਸਪੋਜ਼ ਕਰੋ ਇੱਕ ਕਿਸੇ ਇੱਕ ਪਰਟੀਕੂਲਰ ਜਨਰੇਟਿੰਗ ਸਟੇਸ਼ਨ ਤੋਂ 500 ਮੈਗਾਵਾਟ ਦਾ ਬਣਾ ਕੇ ਆਪਾਂ ਸਪਲਾਈ ਦਿੰਦੇ ਤਾਂ ਹੋ ਸਕਦਾ ਕਿਸੇ ਵੇਲੇ ਸਾਡਾ ਜਿਹੜਾ ਉਹ ਲੋਡ ਆ ਉਹ ਸਿਰਫ 50 ਮੈਗਾਵਾਟ ਰਹਿ ਜਾਵੇ, ਤਾਂ ਸਾਨੂੰ ਕੀ ਕਰਨਾ ਪਏਗਾ, ਉਹ 500 ਮੈਗਾਵਾਟ ਵਾਲਾ ਜਿਹੜਾ ਜਨਰੇਟਿੰਗ ਸਟੇਸ਼ਨ ਆ ਉਹਨੂੰ ਹੀ 50 ਮੈਗਾਵਾਟ 'ਤੇ ਚਲਾਉਣਾ ਪਏਗਾ। ਹੁਣ ਇਹਦੀ ਜਗ੍ਹਾ 'ਤੇ ਅਗਰ ਸਾਡੇ ਕੋਲ 100 ਮੈਗਾਵਾਟ ਦੇ ਅਸੀਂ 5 ਜਿਹੜੇ ਜਨਰੇਟਿੰਗ ਸਟੇਸ਼ਨ ਜਿਹੜੇ ਆਪਸ ਅਟੈਚ ਕੀਤੇ ਆ, ਗ੍ਰਿਡ ਬਣਾਇਆ ਹੋਇਆ, ਤਾਂ ਹੁਣ ਸਾਡਾ ਮੰਨ ਲਓ ਪੂਰੇ ਕੰਜ਼ਿਊਮਰਸ ਦਾ ਲੋਡ ਜਿਹੜਾ ਸਿਰਫ 50 ਮੈਗਾਵਾਟ ਰਹਿ ਗਿਆ, ਤਾਂ ਅਸੀਂ ਕੀ ਕਰਾਂਗੇ ਕਿਸੇ ਇੱਕ ਯੂਨਿਟ ਤੋਂ ਉਹਨੂੰ ਸਪਲਾਈ ਦੇ ਦਿਆਂਗੇ, ਕਿਸੇ ਇੱਕ ਜਨਰੇਟਿੰਗ ਸਟੇਸ਼ਨ ਤੋਂ ਸਪਲਾਈ ਦੇਵਾਂਗੇ, ਅਤੇ 4 ਜਨਰੇਟਿੰਗ ਸਟੇਸ਼ਨ ਜਿਹੜੇ ਉਹ ਆਪਾਂ ਰੋਕ ਲਵਾਂਗੇ। ਹੁਣ ਕੀ ਹੋਏਗਾ ਕਿ ਜੋ 50 ਵਾਲਾ ਜਾਂ 70 ਵਾਲਾ ਜਿਹੜਾ ਚੱਲੇਗਾ, ਮੰਨ ਲਓ ਜਿਹੜਾ ਜਨਰੇਟਿੰਗ ਸਟੇਸ਼ਨ ਆ 100 ਮੈਗਾਵਾਟ ਉਹਦੀ ਮੈਕਸਿਮਮ ਕਪੈਸਿਟੀ ਸੀ, ਤਾਂ ਜਦੋਂ ਉਹਨੂੰ 70 'ਤੇ ਚਲਾਵਾਂਗੇ ਤਾਂ ਕੀ ਕਰੇਗਾ, ਉਹ ਮੈਕਸਿਮਮ ਐਫੀਸ਼ੀਐਂਸੀ ਦੇਗਾ, ਮਤਲਬ ਸਾਨੂੰ ਜਿਹੜਾ ਸਾਡਾ ਸਿਸਟਮ ਆ ਉਹ ਜ਼ਿਆਦਾ ਇਕਨੋਮੀਕਲ ਹੋਏਗਾ। ਕਿਉਂਕਿ ਤੁਸੀਂ ਪੜ੍ਹਿਆ ਹੋਊਗਾ ਮਸ਼ੀਨਸ ਦੇ ਵਿੱਚ ਜਦੋਂ ਕੋਈ ਮਸ਼ੀਨ ਜਿਹੜੀ 75% 'ਤੇ ਚੱਲਦੀ ਆ, ਲੋਡ 'ਤੇ ਚੱਲਦੀ ਆ, ਤਾਂ ਉਹਦੀ ਮੈਕਸਿਮਮ ਜਿਹੜੀ ਹੈ ਐਫੀਸ਼ੀਐਂਸੀ ਹੁੰਦੀ ਆ। ਅਗਰ ਆਪਾਂ ਲੋ 'ਤੇ ਚਲਾਉਂਦੇ ਹਾਂ ਤਾਂ ਵੀ ਉਹਦੀ ਐਫੀਸ਼ੀਐਂਸੀ ਘੱਟ ਜਾਂਦੀ ਆ, ਅਤੇ ਜਦੋਂ ਆਪਾਂ ਨੂੰ ਹਾਈ ਲੋਡ 'ਤੇ ਚਲਾਉਂਦੇ ਉਸ ਤੋਂ ਜ਼ਿਆਦਾ 'ਤੇ ਚਲਾਉਂਦੇ ਤਾਂ ਵੀ ਉਹਦੀ ਐਫੀਸ਼ੀਐਂਸੀ ਘੱਟ ਜਾਂਦੀ ਆ। ਹੁਣ ਕਹਿੰਦਾ ਗ੍ਰਿਡ ਦੇ ਵਿੱਚ ਅਗਰ ਆਪਾਂ ਬੈਠੇ ਹੋਵਾਂਗੇ, ਗ੍ਰਿਡ ਆਪਾਂ ਚਲਾ ਰਹੇ ਹੈਗੇ ਹਾਂ, ਤਾਂ ਸਾਨੂੰ ਪਤਾ ਹੋਏਗਾ ਕਿ ਕਿਹੜੀ ਮਸ਼ੀਨ 'ਤੇ ਕਿੰਨਾ ਲੋਡ ਪਾ ਸਕਦੇ ਹਾਂ, ਉਹ ਤੋਂ ਮੈਕਸਿਮਮ ਲੋਡ 'ਤੇ ਆਪਾਂ ਉਹਨੂੰ ਚਲਾ ਸਕਦੇ ਹਾਂ। ਇਸ ਤਰ੍ਹਾਂ ਜਿਹੜਾ ਸਾਡਾ ਸਿਸਟਮ ਆ ਉਹ ਇਕਨੋਮਿਕਲੀ ਵੀ ਸਟਰੋਂਗ ਹੋ ਜਾਂਦਾ ਅਗਰ ਆਪਾਂ ਗ੍ਰਿਡ ਦੇ ਨਾਲ ਅਟੈਚ ਕੀਤਾ ਹੋਇਆ ਤਾਂ। ਹੁਣ ਕੀ ਆ ਪੰਜਵੀਂ ਐਡਵਾਂਟੇਜ ਕੀ ਆ, ਦਾ ਗ੍ਰਿਡ ਸਿਸਟਮ ਕੈਨ ਇੰਪਰੂਵ ਦਾ ਡਾਇਵਰਸਿਟੀ ਫੈਕਟਰ ਆਫ ਈਚ ਜਨਰੇਟਿੰਗ ਸਟੇਸ਼ਨ ਕਨੈਕਟਡ ਟੂ ਦਾ ਗ੍ਰਿਡ। ਡਾਇਵਰਸਿਟੀ ਫੈਕਟਰ ਕਹਿੰਦਾ ਸਾਡਾ ਇੰਪਰੂਵ ਹੋ ਜਾਂਦਾ, ਵੱਧ ਜਾਂਦਾ। ਡਾਇਵਰਸਿਟੀ ਫੈਕਟਰ ਜਿਹੜਾ ਦੇਖੋ ਤੁਸੀਂ ਪਹਿਲਾਂ ਆਪਾਂ ਡੈਫੀਨੇਸ਼ਨਸ ਵਗੈਰਾ ਸਾਰੀਆਂ ਪੜ੍ਹੀਆਂ ਹੋਈਆਂ। ਡਾਇਵਰਸਿਟੀ ਫੈਕਟਰ ਹੁੰਦਾ ਆ ਸਮ ਆਫ ਇੰਡੀਵਿਜੂਅਲ ਮੈਕਸਿਮਮ ਡਿਮਾਂਡ ਡਿਵਾਈਡਡ ਬਾਈ ਦਾ ਮੈਕਸਿਮਮ ਡਿਮਾਂਡ ਆਫ ਦਾ ਜਨਰੇਟਿੰਗ ਸਟੇਸ਼ਨ। ਹੁਣ ਡਿਵਾਈਡਡ ਬਾਈ ਦਾ ਮੈਕਸਿਮਮ ਡਿਮਾਂਡ ਆਫ ਜਨਰੇਟਿੰਗ ਸਟੇਸ਼ਨ, ਠੀਕ ਆ। ਹੁਣ ਜੇ ਜਨਰੇਟਿੰਗ ਸਟੇਸ਼ਨ ਦੀ ਡਿਮਾਂਡ ਘੱਟ ਜਾਏਗੀ ਤਾਂ ਨੈਚੁਰਲ ਡਾਇਵਰਸਿਟੀ ਫੈਕਟਰ ਵੱਧ ਜਾਏਗਾ, ਕਿਉਂਕਿ ਥੱਲੜੀ ਜਿਹੜਾ ਜਦੋਂ ਆਪਾਂ ਡਿਵਾਈਡ ਕਰਦੇ ਹਾਂ, ਜਦੋਂ ਥੱਲੜੀ ਜਿਹੜੀ ਉਹਦੀ ਵੈਲਿਊ ਘਟਦੀ ਆ ਤਾਂ ਨੈਚੁਰਲ ਟੋਟਲ ਰੇਸ਼ੋ ਜਿਹੜੀ ਟੋਟਲ ਜਿਹੜਾ ਉਹਦਾ ਮਤਲਬ ਰਿਜ਼ਲਟ ਆ ਉਹ ਵੱਧ ਜਾਂਦਾ, ਠੀਕ ਹੈ। ਹੁਣ ਕਹਿੰਦਾ ਮੈਕਸਿਮਮ ਡਿਮਾਂਡ ਜਿਹੜੀ ਥੱਲੇ ਪਾਸੇ ਮੈਕਸਿਮਮ ਡਿਮਾਂਡ ਆਫ ਜਨਰੇਟੇਸ਼ਨ ਉਹ ਥੱਲੇ ਆ। ਹੁਣ ਜਦੋਂ ਆਪਾਂ ਇੱਕ ਸਟੇਸ਼ਨ ਨੂੰ ਮੰਨ ਲਓ ਜਦੋਂ ਮੈਂ ਪਹਿਲਾਂ ਦੱਸਿਆ ਸੀ ਇੱਕ ਸਟੇਸ਼ਨ ਨੂੰ ਜਦੋਂ ਮੈਕਸਿਮਮ ਡਿਮਾਂਡ 'ਤੇ ਚਲਾਉਂਦੇ ਰਹਾਂਗੇ ਤਾਂ ਡਾਇਵਰਸਿਟੀ ਫੈਕਟਰ ਘੱਟ ਰਹੇਗਾ। ਹੁਣ ਅਗਰ ਉਸ ਜਨਰੇਟਰਸ ਨੂੰ ਆਪਸ ਵਿੱਚ ਜੋੜ ਦਾਂਗੇ ਤਾਂ ਉਸ ਪਰਟੀਕੂਲਰ ਜਨਰੇਟਰਸ ਦੇ ਪੂਰਿਆਂ ਦੀ ਮੈਕਸਿਮਮ ਡਿਮਾਂਡ ਜਿਹੜੀ ਘੱਟ ਜਾਊਗੀ। ਜਦੋਂ ਕਿਸੇ ਇੱਕ ਪਰਟੀਕੂਲਰ ਜਨਰੇਟਰ ਦੀ ਮੈਕਸਿਮਮ ਡਿਮਾਂਡ ਘੱਟ ਜਾਂਦੀ ਹੈ ਤਾਂ ਉਹਦਾ ਡਾਇਵਰਸਿਟੀ ਫੈਕਟਰ ਜਿਹੜਾ ਆਟੋਮੈਟਿਕਲੀ ਵੱਧ ਜਾਂਦਾ, ਅਤੇ ਜਿੰਨਾ ਡਾਇਵਰਸਿਟੀ ਫੈਕਟਰ ਜ਼ਿਆਦਾ ਹੋਏਗਾ ਤਾਂ ਉਨਾ ਹੀ ਸਾਨੂੰ ਜਿਹੜਾ ਆ ਸਪਲਾਇਰ ਆ ਉਹਨੂੰ ਉਨਾ ਹੀ ਜ਼ਿਆਦਾ ਫਾਇਦਾ ਹੁੰਦਾ ਹੈਗਾ। ਇਸ ਤਰ੍ਹਾਂ ਅਗਰ ਆਪਾਂ ਗ੍ਰਿਡ ਦੇ ਵਿੱਚ ਜੁੜਦੇ ਹਾਂ ਤਾਂ ਸਾਨੂੰ ਡਾਇਵਰਸਿਟੀ ਫੈਕਟਰ ਜਿਹੜਾ ਜ਼ਿਆਦਾ ਮਿਲ ਜਾਂਦਾ ਹੈਗਾ, ਉਹ ਸਾਨੂੰ ਫਾਇਦਾ ਦਿੰਦਾ ਹੈਗਾ। ਇਸ ਤਰ੍ਹਾਂ ਇਹ 5 ਐਡਵਾਂਟੇਜਸ ਸੀਗੀਆਂ। ਇਹ ਐਡਵਾਂਟੇਜਸ ਬਹੁਤ ਇੰਪੋਰਟੈਂਟ ਨੇ ਸਾਡੇ ਸਪਲਾਇਰ ਵਾਸਤੇ। ਇਸ ਕਰਕੇ ਜਿਹੜਾ ਆ ਸਪਲਾਇਰ ਦੀ ਕੋਸ਼ਿਸ਼ ਹੁੰਦੀ ਆ ਜਾਂ ਆਪਣੀ ਗੌਰਮੈਂਟ ਦੀ ਕੋਸ਼ਿਸ਼ ਆ ਕਿ ਸਾਰੇ ਜਿਹੜੇ ਜਨਰੇਟਿੰਗ ਸਟੇਸ਼ਨ ਆ ਉਹਨਾਂ ਨੂੰ ਆਪਸ ਵਿੱਚ ਜੋੜਿਆ ਜਾਵੇ ਤਾਂ ਕਿ ਸਾਨੂੰ ਲੋਡ ਪੈਣ ਮੁਤਾਬਕ ਇੱਕ ਦੂਜੇ ਨਾਲ ਆਪਾਂ ਲੋਡ ਸ਼ੇਅਰ ਕਰ ਸਕੀਏ। ਇਸ ਤਰ੍ਹਾਂ ਇਹ ਐਡਵਾਂਟੇਜਸ ਸੀਗੀਆਂ।
ਅੱਗੇ ਕਹਿੰਦਾ ਰਿਸਪੌਂਸਿਬਿਲਿਟੀ ਆਫ ਇੰਡੀਵਿਜੂਅਲ ਰੀਜਨਲ ਗ੍ਰਿਡ ਇਨ ਦਾ ਸਿਸਟਮ। ਰੀਜਨਲ ਗ੍ਰਿਡ ਜਿੱਦਾਂ ਹੁਣ ਆਪਾਂ ਆਪਣੇ ਸੁਪਰ ਗ੍ਰਿਡ ਪੜ੍ਹੇ ਨਾ ਕਿ ਆਪਾਂ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਜੋੜਦੇ ਹਾਂ, ਮਤਲਬ ਆਪਾਂ ਦਾਇਰਾ ਵਧਾਤਾ ਬਹੁਤ ਜ਼ਿਆਦਾ, ਉਹਨੂੰ ਆਪਾਂ ਕਹਿੰਦੇ ਹਾਂ ਰੀਜਨਲ ਦਾ ਮਤਲਬ ਹੈ ਕਿ ਪਾਰਟੀਕੂਲਰ ਰੀਜਨ ਦੇ ਵਿੱਚ ਆਪਾਂ ਚਲ ਗਏ ਹੋਏ ਹਾਂ। ਉਹਦੇ ਵਿੱਚ ਕਹਿੰਦਾ ਕੀ ਫਾਇਦਾ ਹੈਗਾ, ਕਹਿੰਦਾ ਸੌਰੀ ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਕੀ ਹੈਗੀਆਂ। ਪਹਿਲਾਂ ਦੇਖੋ ਪਹਿਲੀ ਰਿਸਪੌਂਸਿਬਿਲਿਟੀ ਕੀ ਕਹਿੰਦਾ, ਈਚ ਗ੍ਰਿਡ ਸ਼ੁੱਡ ਕੰਟਰੋਲ ਇਟਸ ਲੋਡ ਫ੍ਰੀਕੁਐਂਸੀ। ਹਰ ਇੱਕ ਜਿਹੜਾ ਗ੍ਰਿਡ ਹੈ ਉਹਨੂੰ ਉਹਦੀ ਡਿਊਟੀ ਆ ਕਿ ਉਹ ਆਪਣੇ ਫ੍ਰੀਕੁਐਂਸੀ ਨੂੰ ਕੰਟਰੋਲ ਕਰਕੇ ਰੱਖੇ। ਫ੍ਰੀਕੁਐਂਸੀ ਨਹੀਂ ਘਟਣੀ ਵਧਣੀ ਚਾਹੀਦੀ। 50 ਹਰਟਜ਼ ਆਪਣੀ ਫ੍ਰੀਕੁਐਂਸੀ ਹੈ ਸਪਲਾਈ ਦੀ, ਉਹ 50 ਹਰਟਜ਼ 'ਤੇ ਉਹਨੂੰ ਮੇਨਟੇਨ ਕਰਕੇ ਰੱਖੇ। ਇਹ ਗ੍ਰਿਡ ਇੰਡੀਵਿਜੂਅਲ ਗ੍ਰਿਡ ਦੀ ਜਿਹੜੀ ਰੀਜਨ ਦੀ ਡਿਊਟੀ ਹੈਗੀ ਆ। ਹੁਣ ਇਸੇ ਤਰ੍ਹਾਂ ਈਚ ਗ੍ਰਿਡ ਸ਼ੁੱਡ ਪਲਾਨ ਇਟਸ ਜਨਰੇਸ਼ਨ ਐਂਡ ਟੂ ਮੀਟ ਇਟਸ ਡਿਮਾਂਡ। ਹੁਣ ਜਿਹੜਾ ਰੀਜਨ ਆ, ਮਤਲਬ ਸਪੋਜ਼ ਕਰ ਨਾਰਦਰਨ ਰੀਜਨ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਡਿਊਟੀ ਬਣਦੀ ਆ ਕਹਿੰਦਾ ਕੋ ਆਪਣੇ ਜਨਰੇਸ਼ਨ ਨੂੰ ਪਲਾਨ ਕਰਨ ਅਤੇ ਡਿਮਾਂਡ ਨੂੰ ਉਸ ਹਿਸਾਬ ਨਾਲ ਚਲਾਉਣ, ਮਤਲਬ ਜਿੱਦਾਂ ਉਹਨਾਂ ਦੀ ਜਨਰੇਸ਼ਨ ਹੈਗੀ ਆ। ਕਹਿੰਦਾ ਇਟ ਸ਼ੁੱਡ ਕੋਆਪਰੇਟ ਵਿਦ ਆਲ ਓਵਰ ਰੀਜਨਲ ਗ੍ਰਿਡਸ। ਅਤੇ ਉਹ ਜਿਹੜਾ ਰੀਜਨਲ ਮਤਲਬ ਇੱਕ ਰੀਜਨ ਦਾ ਜਿਹੜਾ ਗ੍ਰਿਡ ਹੈਗਾ ਉਹਦੀ ਡਿਊਟੀ ਬਣਦੀ ਆ ਤਾਂ ਫਰਜ਼ ਬਣਦਾ ਕਿ ਕੋਆਪਰੇਟ ਕਰੇ ਬਾਕੀ ਸਾਰਿਆਂ ਨੂੰ। ਇਹ ਨਹੀਂ ਉਹ ਕਵੇ ਕਿ ਮੈਂ ਨਹੀਂ ਚਲਾਉਣਾ ਜੀ, ਤੁਸੀਂ ਜੋ ਮਰਜ਼ੀ ਜ਼ੋਰ ਲਾ ਲਓ, ਮੈਂ ਆਪਣੇ ਗ੍ਰਿਡ ਨੂੰ ਇਸੇ ਪਰਟੀਕੂਲਰ ਪਾਵਰ 'ਤੇ ਹੀ ਰੱਖਣਾ। ਨਹੀਂ, ਉਹਨੂੰ ਜਿਹੜਾ ਕੋਆਪਰੇਟ ਕਰਨਾ ਪਏਗਾ। ਇਹ ਜੋ ਸਾਡੇ ਲਾਅ ਆ ਬਣੇ ਹੋਏ ਆ ਉਹਦੇ ਵਿੱਚ ਉਹਨੂੰ ਕੋਆਪਰੇਟ ਕਰਨਾ ਪਏਗਾ। ਕਹਿੰਦਾ ਚੌਥਾ ਕਹਿੰਦਾ ਇਟ ਸ਼ੁੱਡ ਜਨਰੇਟ ਐਜ਼ ਪਰ ਦਾ ਇੰਸਟਰਕਸ਼ਨਸ ਆਫ ਦਾ ਲੋਡ ਸੈਂਟਰ। ਹੁਣ ਆਪਾਂ ਕਿਉਂਕਿ ਇੱਕ ਲੋਡ ਸੈਂਟਰ ਬਣਾਇਆ ਹੋਇਆ ਤਾਂ ਉਹਦੇ ਨਾਲ ਉਹਨੂੰ ਚੱਲ ਕੇ ਉਸ ਹਿਸਾਬ ਨਾਲ ਜਿੱਦਾਂ ਉਹਨਾਂ ਦੀਆਂ ਇੰਸਟਰਕਸ਼ਨਸ ਹੈਗੀਆਂ ਉਸ ਹਿਸਾਬ ਨਾਲ ਉਹ ਜਿਹੜਾ ਉਹਦਾ ਜਨਰੇਟਿੰਗ ਹਾਊਸ ਆ ਜਿਹੜਾ ਗ੍ਰਿਡ ਦੇ ਨਾਲ ਅਟੈਚ ਹੈਗਾ ਉਸ ਰੀਜਨ ਨੂੰ ਉਹਦੀ ਡਿਊਟੀ ਬਣਦੀ ਹੈ ਕਿ ਉਸ ਹਿਸਾਬ ਨਾਲ ਉਹਨਾਂ ਨੂੰ ਚਲਾਵੇ ਜੋ ਉਹਨਾਂ ਦੀਆਂ ਪਰਟੀਕੂਲਰ ਇੰਸਟਰਕਸ਼ਨਸ ਆ। ਮਤਲਬ ਮੰਨ ਲਓ ਸਪੋਜ਼ ਕਰੋ ਆਪਣਾ ਜਸਟ ਸਿੰਪਲ ਜਿਹਾ 4 ਆਪਾਂ ਰੀਜਨ ਬਣਾਏ ਗਏ, ਨਾਰਥ ਈਸਟ ਵੈਸਟ ਸਾਊਥ। ਇਹ ਚਾਰੇ ਰੀਜਨ ਦੇ ਇੰਡੀਵਿਜੂਅਲ ਆਪਣੀਆਂ ਵੀ ਕੁਛ ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ। ਇਹ ਉਹ ਚੀਜ਼ ਆ ਕਿ ਉਸ ਰੀਜਨ ਨੇ ਨਾਰਦਰਨ ਨੇ ਆਪਣੀ ਰਿਸਪੌਂਸਿਬਿਲਿਟੀਜ਼ ਕਵਰ ਕਰਨੀਆਂ ਹੈਗੀਆਂ, ਸਾਊਥ ਨੇ ਆਪਣੀਆਂ ਕਰਨੀਆਂ ਹੈਗੀਆਂ, ਈਸਟ ਨੇ ਆਪਣੀਆਂ ਕਰਨੀਆਂ, ਵੈਸਟ ਨੇ ਆਪਣੀਆਂ ਕਰਨੀਆਂ। ਇਸ ਤਰ੍ਹਾਂ ਇਹ ਜਿਹੜੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ ਗ੍ਰਿਡ ਦੇ ਵਿੱਚ ਉਸ ਪਰਟੀਕੂਲਰ ਰੀਜਨ ਦੀਆਂ। ਇਸ ਤਰ੍ਹਾਂ ਇਹ ਪੂਰਾ ਟੌਪਿਕ ਸੀਗਾ ਜਿਹੜਾ ਆਪਾਂ ਡਿਸਕਸ ਕੀਤਾ। ਹੁਣ ਆਪਣਾ ਟੌਪਿਕ ਹੈਗਾ ਲੇ ਆਊਟ ਆਫ 33/11 kV ਡਿਸਟ੍ਰੀਬਿਊਸ਼ਨ ਸਬਸਟੇਸ਼ਨ ਵਿਦ ਸਿੰਗਲ ਬੱਸ ਬਾਰ ਸਿਸਟਮ ਵਿਦ ਸੈਕਸ਼ਨਾਈਜੇਸ਼ਨ। ਮਤਲਬ ਦੇਖੋ ਕੋਈ ਆਪਾਂ ਸਬਸਟੇਸ਼ਨ ਕਹਿ ਲਓ, ਆਪਾਂ ਇੱਕ ਪੜ੍ਹਨਾ ਹੈਗਾ ਕਿਹੜਾ, ਉਹ ਕਹਿੰਦਾ ਉਹ ਹੈ 33 kV/11 kV। ਮਤਲਬ ਉਹਦੀ ਇਨਕਮਿੰਗ ਜਿਹੜੀ ਆ 33 kV ਦੀ ਲਾਈਨ ਆਵੇ ਅਤੇ ਆਊਟਗੋਇੰਗ ਜਿਹੜੀ ਆ 11 kV ਦੀ ਲਾਈਨ ਬਣਾਈ ਹੋਈ ਆ। ਇੱਦਾਂ ਦਾ ਕੋਈ ਡਿਸਟ੍ਰੀਬਿਊਸ਼ਨ ਸਬਸਟੇਸ਼ਨ ਆ, ਉਹਦੀ ਕੀ ਡਾਇਗਰਾਮ ਜਿਹੜੀ ਆ ਸਮਝਣੀ ਆ। ਬਟ ਉਹਦੀ ਕੰਡੀਸ਼ਨ ਕੀ ਆ ਕਿ ਸਿੰਗਲ ਬੱਸ ਬਾਰ ਲੱਗੀ ਹੋਈ ਆ, ਬਟ ਉਹਦਾ ਸਿੰਗਲ ਬੱਸ ਬਾਰ ਦਾ ਸੈਕਸ਼ਨਾਈਜੇਸ਼ਨ ਕੀਤਾ ਹੋਇਆ ਆਪਾਂ। ਠੀਕ ਹੈ, ਮਤਲਬ ਮੈਂ ਹੁਣ ਤੁਹਾਨੂੰ ਸਮਝਾਉਣਾ ਬੜੇ ਧਿਆਨ ਨਾਲ, ਬੜਾ ਸਲੋ ਸਮਝਾਊਂਗਾ। ਤੁਸੀਂ ਡਾਇਗਰਾਮ ਦੇ ਉੱਤੇ ਕੰਸਨਟਰੇਟ ਆਪਣਾ ਮਾਈਂਡ ਕਰੋ ਅਤੇ ਉਹਨੂੰ ਸਮਝੋ ਕੀ ਚੀਜ਼ ਹੈਗੀ ਐਕਚੁਅਲ ਇਹ। ਹੁਣ ਦੇਖੋ ਤੁਸੀਂ ਡਾਇਗਰਾਮ ਦੇ ਲੈਫਟ ਕਾਰਨਰ ਦੇ ਉੱਪਰਲੇ ਪਾਸੇ ਦੇਖੋ ਕੀ ਲਿਖਿਆ ਹੋਇਆ 33 kV 33 kV। ਇੱਦਾਂ ਹੀ ਬਿਲਕੁਲ ਉੱਪਰਲੀ ਲਾਈਨ ਦੇ ਵਿੱਚ ਬਿਲਕੁਲ ਰਾਈਟ ਕਾਰਨਰ 'ਤੇ ਜਾਓ, ਉੱਥੇ ਕੀ ਲਿਖਿਆ ਹੋਇਆ 33 kV। ਹੁਣ ਤੁਸੀਂ ਫਿਰ ਲੈਫਟ ਕਾਰਨਰ ਵਾਲੇ ਪਾਸੇ ਆਓ, ਲੈਫਟ ਟੂ ਰਾਈਟ ਜਾਓ। ਦੇਖੋ ਲੈਫਟ ਟੂ ਰਾਈਟ ਜਦੋਂ ਤੁਸੀਂ ਜਾਓਗੇ ਇੱਕ ਪਹਿਲਾਂ ਡਾਟ ਆਏਗਾ, ਉਸ ਤੋਂ ਬਾਅਦ ਫਿਰ ਬੱਸ ਸੈਕਸ਼ਨ 1 ਲਿਖਿਆ ਹੋਇਆ ਆਏਗਾ, ਫਿਰ ਡਾਟ ਦੂਜਾ ਆਏਗਾ, ਉਸ ਤੋਂ ਬਾਅਦ ਇੱਕ ਆਈਸੋਲੇਟਰ ਆਏਗਾ। ਠੀਕ ਹੈ, ਦਿਸ ਇਜ਼ ਦਾ ਸਿੰਬਲ ਫॉर ਆਈਸੋਲੇਟ ਸਵਿਚ। ਹੁਣ ਆਈਸੋਲੇਟਰ ਸਵਿਚ ਲੱਗਾ ਹੋਇਆ, ਉਸ ਤੋਂ ਬਾਅਦ ਇੱਕ ਸੀਟੀ ਲੱਗਾ ਹੋਇਆ, ਉਸ ਤੋਂ ਬਾਅਦ ਇੱਕ ਸੀਟੀ ਲੱਗਾ। ਸਿੰਬਲ ਇਟ ਇਜ਼ ਦਾ ਸਿੰਬਲ ਆਫ ਸੀਟੀ। ਜਿਹੜਾ ਇੱਕ ਕੋਇਲ ਬਣਾਈ ਹੋਈ ਹੈ ਥੱਲੇ 2 ਡਾਟ ਲੱਗੇ ਹੋਏ, ਦਿਸ ਇਜ਼ ਸਿੰਬਲ ਆਫ ਹਿਸ ਸੀਟੀ। ਸੀਟੀ ਦਾ ਦੇਖੋ ਆ ਥੱਲੇ ਸੈਂਟਰ ਵਿੱਚ ਮੈਂ ਸਾਰੇ ਪੁਆਇੰਟਸ ਲਿਖੇ ਆ। ਪੀਟੀ ਮੀਨਸ ਪੋਟੈਂਸ਼ੀਅਲ ਟਰਾਂਸਫਾਰਮਰ, ਸੀਟੀ ਮੀਨ ਕਰੰਟ ਟਰਾਂਸਫਾਰਮਰ, ਐਲਏ ਮੀਨ ਲਾਈਟਨਿੰਗ ਅਰੈਸਟਰਸ, TFR ਮੀਨਸ ਟਰਾਂਸਫਾਰਮਰਸ ਦੇ OCB ਮੀਨ ਆਇਲ ਸਰਕਟ ਬ੍ਰੇਕਰ। ਠੀਕ ਹੈ, ਇਹ ਸਾਰੇ ਜਿਹੜੇ ਆਪਾਂ ਪੁਆਇੰਟਸ ਹੁਣ ਡਿਸਕਸ ਕਰਦੇ। ਦੇਖੋ ਆਪਾਂ ਸੀਟੀ ਦੇ ਪਹੁੰਚੇ ਸੀ। ਸੀਟੀ ਤੋਂ ਬਾਅਦ ਦੇਖੋ ਸੈਂਟਰ ਦੇ ਵਿੱਚ ਇੱਕ ਆਇਲ ਸਰਕਟ ਬ੍ਰੇਕਰ ਲੱਗਾ ਹੋਇਆ, ਬਿਲਕੁਲ ਸੈਂਟਰ ਦੇ ਪੂਰੀ ਉੱਪਰਲੀ ਬੱਸ ਬਾਰ ਜਿਹੜੀ ਆ ਉਹਦੇ ਸੈਂਟਰ ਵਿੱਚ ਇੱਕ ਸਰਕਟ ਬ੍ਰੇਕਰ ਲੱਗਾ ਹੋਇਆ। ਸਰਕਟ ਬ੍ਰੇਕਰ ਤੋਂ ਬਾਅਦ ਫਿਰ ਆਪਾਂ ਹੁਣ ਰਾਈਟ ਸਾਈਡ ਨੂੰ ਫਿਰ ਜਾ ਰਹੇ ਹਾਂ ਹੌਲੀ ਹੌਲੀ। ਅੱਗੇ ਫਿਰ ਇੱਕ ਆਈਸੋਲੇਟਰ ਲੱਗਾ ਹੋਇਆ, ਫਿਰ ਇੱਕ ਡਾਟ ਆ ਗਿਆ, ਫਿਰ ਬੱਸ ਸੈਕਸ਼ਨ 2 ਆ ਗਿਆ, ਫਿਰ ਡਾਟ ਆਇਆ, ਫਿਰ 33 kV ਲਿਖਿਆ। ਇਹਦਾ ਮਤਲਬ ਕੀ ਹੋਇਆ ਕਿ ਲਾਈਨ 33 kV ਦੀ ਆ ਪੂਰੀ ਦੀ ਪੂਰੀ। ਦੇਖੋ ਲਾਈਨ ਜਿਹੜੀ ਆ 33 kV ਦੀ ਆ, ਪਰ ਇਹਨੂੰ ਸੈਂਟਰ ਦੇ ਵਿੱਚ ਇੱਕ ਸਰਕਟ ਬ੍ਰੇਕਰ ਲਗਾ ਕੇ, ਆਇਲ ਸਰਕਟ ਬ੍ਰੇਕਰ ਲਗਾ ਕੇ ਇਹਨੂੰ ਬ੍ਰੇਕ ਕਰ ਦਿੱਤਾ। ਐਂਡ ਦਿਸ ਇਜ਼ ਕਾਲਡ ਸੈਕਸ਼ਨਲਾਈਜੇਸ਼ਨ। ਸੈਕਸ਼ਨ ਕਰ ਦਿੱਤੇ, ਮਤਲਬ ਇੱਕ ਦੀ ਬਜਾਏ 2 ਸੈਕਸ਼ਨ ਬਣਾਤੇ। ਇੱਕ ਲੈਫਟ ਸੈਕਸ਼ਨ ਬਣ ਗਿਆ, ਇੱਕ ਰਾਈਟ ਸੈਕਸ਼ਨ ਬਣ ਗਿਆ। ਸਾਰਿਆਂ ਦੇ ਵਿੱਚ ਚੀਜ਼ ਸੇਮ ਲੱਗੀ ਆ। ਸਰਕਟ ਬ੍ਰੇਕਰ ਨੂੰ ਆਪਰੇਟ ਕਰਨ ਲਈ ਆਪਾਂ ਸੀਟੀ ਲਗਾਤਾ ਹੋਇਆ, ਪੀਟੀ ਇੱਥੇ ਸ਼ੋ ਨਹੀਂ ਕੀਤਾ ਹੈ। ਸਰਕਟ ਬ੍ਰੇਕਰ ਨੂੰ ਆਪਰੇਟ ਕਰਨ ਲਈ ਸੀਟੀ ਲੱਗਾ ਹੋਇਆ। ਠੀਕ ਹੈ, ਤਾਂ ਪੂਰੇ ਸੈਕਸ਼ਨ ਦੀ ਉੱਪਰਲੀ ਜਿਹੜੀ ਬੱਸ ਬਾਰ ਆ, ਸਿੰਗਲ ਬੱਸ ਬਾਰ ਆ, ਦੇਖੋ ਟੌਪ ਦੇ ਉੱਤੇ ਇੱਕੋ ਹੀ ਲਾਈਨ ਜਾਂਦੀ ਪਈ ਧੁਰ ਦਰਾੜ। ਠੀਕ ਹੈ, ਲੇਕਿਨ ਇੱਕ ਲਾਈਨ ਦੇ ਵਿੱਚ ਸੈਂਟਰ 'ਚ ਇੱਕ ਸਰਕਟ ਬ੍ਰੇਕਰ ਲਗਾ ਕੇ ਆਪਾਂ ਨੂੰ ਸੈਕਸ਼ਨ ਕਰਤੇ 2। ਇੱਕ ਬਣ ਗਈ ਬੱਸ ਸੈਕਸ਼ਨ 1 ਅਤੇ ਦੂਜਾ ਬਣ ਗਿਆ ਬੱਸ ਸੈਕਸ਼ਨ ਰਾਈਟ ਸਾਈਡ ਵਾਲਾ 2। ਠੀਕ ਹੈ, ਹੁਣ
ਹੁਣ ਤੁਸੀਂ ਫਿਰ ਲੈਫਟ ਸਾਈਡ ਤੇ ਆ ਜਾਓ। ਲੈਫਟ ਸਾਈਡ ਤੇ ਜਿਹੜਾ ਪਹਿਲਾ ਡਾਟ ਸੀ ਉਹਦੇ ਬਿਲਕੁਲ ਥੱਲੇ ਪਾਸੇ ਦੇਖੋ ਕੀ ਲਿਖਿਆ, ਬਿਲਕੁਲ ਥੱਲੇ ਚੱਲ ਜਾਓ। ਪਹਿਲਾ ਡਾਟ ਲੈਫਟ ਸਾਈਡ ਤੇ, ਪਹਿਲਾ ਡਾਟ, ਪਹਿਲੇ ਡਾਟ ਦੀ ਜਿਹੜੀ ਲਾਈਨ ਜਾ ਰਹੀ ਥੱਲੇ ਤੱਕ ਦੇਖੋ, ਉਹਨੂੰ ਥੱਲਿਓਂ ਆਪਾਂ ਸ਼ੁਰੂ ਕਰਾਂਗੇ। ਦੇਖੋ ਥੱਲੇ ਕੀ ਲਿਖਿਆ, ਇਨਕਮਿੰਗ ਲਾਈਨ 33 kV, ਇਨਕਮਿੰਗ ਲਾਈਨ 33 kV। ਸੇਮ ਚੀਜ਼ ਦੂਜੇ ਪਾਸੇ ਰਾਈਟ ਸਾਈਡ ਤੇ ਜਾਓ, ਬਿਲਕੁਲ ਥੱਲੇ ਉੱਥੇ ਵੀ ਇੱਦਾਂ ਲਿਖਿਆ ਇਨਕਮਿੰਗ ਲਾਈਨ 33 kV। ਇਹਦਾ ਮਤਲਬ ਦੋਨੇ ਲਾਈਨਸ ਪੈਰਲਲ ਸੇਮ ਚੀਜ਼ ਹੈਗੀਆਂ। ਸੈਕਸ਼ਨ ਕਰਨ ਲਈ ਡਾਇਗਰਾਮ ਬਣੀ ਹੋਈ ਹੈ, ਸਿੰਪਲ ਕਿਸੇ ਪਾਰਟੀਕੂਲਰ ਸਬਸਟੇਸ਼ਨ ਦੀ ਡਾਇਗਰਾਮ ਨਹੀਂ ਹੈਗੀ ਇਹ, ਬਟ ਇੱਕ ਕੀ ਡਾਇਗਰਾਮ ਬਣਾਈ ਹੋਈ ਹੈ ਵੀ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਹੈਗਾ ਆਪਣਾ, ਠੀਕ ਹੈ। ਹੁਣ ਲੈਫਟ ਸਾਈਡ ਦੇ ਥੱਲੇ ਬਿਲਕੁਲ ਬਾਟਮ ਤੇ ਲੈਫਟ ਸਾਈਡ ਦੇ ਕਾਰਨਰ ਵਿੱਚ ਵੀ ਉਹੀ ਚੀਜ਼ ਲੱਗੀ ਹੋਈ ਹੈ ਜੋ ਕਿ ਉਹਦੇ ਦੂਜੇ ਪਾਸੇ ਲੱਗੀ ਹੈ। ਦੇਖੋ ਕੀ ਚੀਜ਼ ਹੈਗੀ ਹੈ, ਇਨਕਮਿੰਗ ਲਾਈਨ 33 kV। ਮੈਂ ਲੈਫਟ ਸਾਈਡ ਤੋਂ ਸਮਝਾ ਰਿਹਾ। ਲੈਫਟ ਸਾਈਡ ਦੇ ਬਿਲਕੁਲ ਬਾਟਮ ਤੋਂ ਤੁਸੀਂ ਸ਼ੁਰੂ ਦੇਖੋ, ਨਿਗਾਹ ਮਾਰੋ, ਥੱਲੇ ਚਲੋ, ਇੱਕ ਸਵਿਚ ਲੱਗਾ ਅਰਥ ਕੀਤਾ ਹੋਇਆ ਆ ਲਾਈਨ ਨੂੰ। ਦੂਜੇ ਪਾਸੇ ਦੇਖੋ ਰਾਈਟ ਸਾਈਡ ਦੇ ਤੇ ਪੀਟੀ ਲਿਖਿਆ। ਪੀਟੀ ਮੀਨਸ ਪੋਟੈਂਸ਼ੀਅਲ ਟਰਾਂਸਫਾਰਮਰ। ਜਿਹੜੇ ਆਪਣੇ ਇੰਸਟਰੂਮੈਂਟਸ ਆ ਜਾਂ ਆਪਾਂ ਸਰਕਟ ਬ੍ਰੇਕਰ ਦੀ ਸਪਲਾਈ ਆ, ਰਿਲੇਜ਼ ਆ, ਜੋ ਵੀ ਆ, ਉਹਨੂੰ ਆਪਾਂ ਪੀਟੀ 33 kV ਆ ਜਾਂ 11 kV ਆ, ਜਿੰਨੀ ਵੀ ਆ ਪੀਟੀ ਦੇ ਆਪਾਂ 110 ਵੋਲਟ ਬਣਾ ਕੇ ਆਪਾਂ ਅੰਦਰ ਪੈਨਲਸ ਦੇ ਲੈ ਕੇ ਜਾਂਦੇ ਆ। ਇਸੇ ਤਰ੍ਹਾਂ ਜਿਹੜਾ ਕਰੰਟ ਟਰਾਂਸਫਾਰਮਰ ਲੱਗੇ ਹੁੰਦੇ ਆ ਉਹ ਵੀ ਇਹੀ ਇੰਸਟਰੂਮੈਂਟ ਟਰਾਂਸਫਾਰਮਰਸ ਹੁੰਦੇ ਆ ਦੋਨੇ, ਪੀਟੀ ਤੇ ਸੀਟੀ। ਇਹ ਆਪਾਂ ਜੋ ਅੰਦਰ ਇੰਸਟਰੂਮੈਂਟ ਲਗਾਉਣਾ ਉਹਨਾਂ ਨੂੰ ਆਪਰੇਟ ਕਰਨ ਲਈ, ਸਰਕਟ ਬ੍ਰੇਕਰ ਨੂੰ ਆਪਰੇਟ ਕਰਨ ਲਈ ਸੀਟੀ ਪੀਟੀ ਜਿਹੜੇ ਯੂਜ਼ ਕਰਦੇ ਆ, ਪਲੱਸ ਰਿਲੇਜ਼ ਨੂੰ ਚਲਾਉਣ ਲਈ ਕਰਦੇ ਆ, ਠੀਕ ਹੈ। ਰਾਈਟ ਸਾਈਡ ਦੇ ਉੱਤੇ, ਲੈਫਟ ਸਾਈਡ ਬਾਟਮ ਦੇ ਉੱਤੇ ਇਨਕਮਿੰਗ ਲਾਈਨ ਦੇ 33 kV ਦੇ ਰਾਈਟ ਸਾਈਡ ਦੇ ਪੀਟੀ ਲਿਖਿਆ, ਪੋਟੈਂਸ਼ੀਅਲ ਟਰਾਂਸਫਾਰਮਰ। ਇਸ ਤੋਂ ਬਾਅਦ ਆਪਾਂ ਉੱਪਰ ਗਏ, ਉੱਪਰ ਦੇਖੋ ਕੀ ਲਿਖਿਆ ਹੋਇਆ, ਉੱਪਰਲੇ ਪਾਸੇ ਟਰਾਂਸਫਾਰਮਰ ਲੱਗਾ ਹੋਇਆ, ਇੱਕ ਟਰਾਂਸਫਾਰਮਰ ਆਈਸੋਲੇਟਰ ਲੱਗਾ ਹੋਇਆ। ਆਈਸੋਲੇਟਰ ਤੋਂ ਉੱਪਰਲੇ ਪਾਸੇ ਜਾਓ, ਕੀ ਲੱਗਾ ਹੋਇਆ, ਇੱਕ ਸੀਟੀ। ਹੁਣ ਇਸ ਪੂਰੀ ਲਾਈਨ ਨੂੰ ਆਪਰੇਟ ਕਰਨ ਲਈ ਜਿਹੜੀ ਲਾਈਨ ਆ ਰਹੀ ਹੈ, ਫੀਡਰ ਆ ਰਿਹਾ ਆਪਣਾ, ਜੋ ਵੀ ਪਿੱਛੋਂ ਫੀਡਰ ਸਪਲਾਈ ਸਾਨੂੰ ਮਿਲ ਰਹੀ ਆ, ਉਹਨੂੰ ਸੇਫਟੀ ਦੇਣ ਲਈ, ਪ੍ਰੋਟੈਕਸ਼ਨ ਦੇਣ ਲਈ ਇੱਕ ਆਪਾਂ ਆਇਲ ਸਰਕਟ ਬ੍ਰੇਕਰ ਲਗਾਤਾ, ਤਾਂ ਕਿ ਕੋਈ ਇਸ ਪਾਰਟੀਕੂਲਰ ਫੀਡਰ ਦੇ ਵਿੱਚ ਕੋਈ ਫਾਲਟ ਪਵੇ ਤਾਂ ਆਇਲ ਸਰਕਟ ਬ੍ਰੇਕਰ ਜਿਹੜਾ ਨੂੰ ਆਪਰੇਟ ਕਰਕੇ ਆਈਸੋਲੇਟ ਕਰ ਦੇਵੇ। ਹੁਣ ਆਇਲ ਸਰਕਟ ਬ੍ਰੇਕਰ ਨੂੰ ਰਿਪੇਅਰ ਕਰਨ ਲਈ, ਮੇਨਟੇਨ ਕਰਨ ਲਈ, ਸੀਟੀ ਨੂੰ ਰਿਪੇਅਰ ਕਰਨ ਲਈ, ਮੇਨਟੇਨ ਕਰਨ ਲਈ ਆਪਾਂ ਦੋਨੇ ਪਾਸੇ ਦੇਖੋ ਆਈਸੋਲੇਟਰ ਆ, ਇੱਕ ਉੱਪਰ ਆਈਸੋਲੇਟਰ ਲਾਇਆ, ਇੱਕ ਥੱਲੇ ਆਈਸੋਲੇਟਰ ਲਾਇਆ, ਠੀਕ ਹੈ। 11 kV 33 kV ਦੀ ਲਾਈਨ ਆ, ਹਾਈ ਵੋਲਟੇਜ ਆ। ਜਦੋਂ ਆਪਾਂ ਕੋਈ ਰਿਪੇਅਰ ਕਰਨੀ ਹੈ ਸਰਕਟ ਬ੍ਰੇਕਰ ਦੀ, ਆਪਾਂ ਆਪਣੀ ਸੇਫਟੀ ਲਈ ਦੋਨੇ ਪਾਸੇ ਦੇ ਜਿਹੜੇ ਆਈਸੋਲੇਟਰ ਆ ਉਹਨਾਂ ਨੂੰ ਬ੍ਰੇਕ ਕਰ ਦਿਆਂਗੇ, ਤਾਂ ਕਿ ਜਿਹੜਾ ਸਾਡਾ ਪੂਰਾ ਸਿਸਟਮ ਜਿਹੜਾ ਆਇਲ ਸਰਕਟ ਬ੍ਰੇਕਰ ਵਾਲਾ ਲੈਫਟ ਸਾਈਡ ਵਾਲਾ ਉਹ ਆਈਸੋਲੇਟ ਹੋ ਜਾਵੇ, ਠੀਕ ਹੈ। OCB 33 kV ਦਾ OCB ਲੱਗਾ। ਇਸ ਤੋਂ ਬਾਅਦ ਲਾਈਨ ਜਿਹੜੀ ਉੱਪਰ ਚਲ ਗਈ, ਸਾਡੀ ਬਣ ਗਈ ਬੱਸ ਨੂੰ ਸਪਲਾਈ, ਬੱਸ ਜਿਹੜੀ ਐਨਰਜਾਈਜ਼ਡ ਹੋ ਗਈ ਥਰੂ 33 kV ਲਾਈਨ। ਇੱਦਾਂ ਹੀ ਪਿੱਛੋਂ ਕੋਈ ਲਾਈਨ ਜਿਹੜੀ ਆ ਰਹੀ ਇੱਦਾਂ ਹੀ ਆ ਰਹੀ, ਇੱਦਾਂ ਇੱਧਰ ਕੋਈ ਹੋਰ ਪਾਸੇ ਤੋਂ ਵੀ ਆ ਸਕਦੀ ਹੈ ਜਾਂ ਉਸੇ ਤੋਂ ਆ ਸਕਦੀ ਹੈ, ਹੋਰ ਪਾਸੇ ਤੋਂ ਆਈ, ਇਹ ਮਤਲਬ ਕਿਸੇ ਹੋਰ ਪਾਸੇ ਤੋਂ ਆਈ, ਇਹ ਕਿਸੇ ਹੋਰ ਪਾਸੇ ਗ੍ਰਿਡ ਸਿਸਟਮ ਆ, ਹੈ ਨਾ। ਹੁਣ ਰਾਈਟ ਸਾਈਡ ਦੇ ਬਿਲਕੁਲ ਥੱਲੇ ਕਾਰਨਰ ਤੋਂ ਵੀ ਉਹੀ ਚੀਜ਼ ਉੱਪਰ ਤੱਕ ਜਾਂਦੀ ਹੈ ਜੋ ਲੈਫਟ ਸਾਈਡ ਦੇ ਥੱਲੇ ਕਾਰਨਰ ਤੋਂ ਉੱਪਰ ਤੱਕ ਗਈ ਸੀ, ਦੋਨੇ ਸੇਮ ਚੀਜ਼ਾਂ। ਹੁਣ ਦੋਨੇ ਪਾਸਿਓਂ ਸਾਡੀ ਲਾਈਨ ਜਿਹੜੀ ਹੈ ਐਨਰਜਾਈਜ਼ ਹੋ ਗਈ। ਹੁਣ ਜਦੋਂ ਦੋਨੇ ਪਾਸਿਓਂ ਲਾਈਨ ਜਿਹੜੀ ਐਨਰਜਾਈਜ਼ਡ ਹੋ ਜਾਏਗੀ ਤਾਂ ਨੈਚੁਰਲ ਲੈ ਕੇ ਸਾਡੀ ਇੱਕ ਬੱਸ ਬਣ ਗਈ 33 kV ਦੀ। ਹੁਣ ਜਿਹੜੀ ਸਭ ਤੋਂ ਟੌਪ ਤੇ ਆਪਾਂ ਮੈਂ ਸਭ ਤੋਂ ਪਹਿਲਾਂ ਸਮਝਾਇਆ ਸੀ ਉਹ ਕੀ ਆ, ਬੱਸ ਬਣ ਗਈ 33 kV ਦੀ, ਇੱਕ ਲਾਈਨ ਉੱਪਰ ਨੂੰ ਚਲ ਗਈ। ਦਿਸ ਇਜ਼ ਕਾਲਡ 33 kV ਬੱਸ। ਇਹ ਇਨਕਮਿੰਗ ਸਾਡੀ ਆਈ ਹੈ, ਹਜੇ ਸਾਡੇ ਕੋਲ ਸਪਲਾਈ ਪਹੁੰਚੀ ਆ ਸਬ ਸਟੇਸ਼ਨ ਤੇ, ਆਪਾਂ ਹਜੇ ਕੁਝ ਕੀਤਾ ਨਹੀਂ ਫਰਦਰ। ਹੁਣ ਚਲੋ ਟੌਪ ਤੋਂ ਬੱਸ ਸੈਕਸ਼ਨ ਜਿੱਥੇ 1 ਲਿਖਿਆ ਉਹਦੇ ਬਿਲਕੁਲ ਨਾਲ ਰਾਈਟ ਸਾਈਡ ਤੇ ਡਾਟ ਜਿਹੜਾ ਉੱਥੋਂ ਥੱਲੇ ਨੂੰ ਲਾਈਨ ਜਾ ਰਹੀ ਹੈ, ਦੇਖੋ ਬਾਹਰ ਆਊਟ ਗੋਇੰਗ ਜਾ ਰਹੀ ਨਾ, ਥੱਲੇ ਨੂੰ ਆਊਟ ਗੋਇੰਗ ਲਿਖਿਆ ਲਾਈਨ 11 kV। ਹੁਣ ਇਹ ਜਿਹੜੀ ਲਾਈਨ ਆ, ਦਿਸ ਇਜ਼ ਦਾ ਆਊਟ ਗੋਇੰਗ ਲਾਈਨ। ਇਹਦੇ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਜਿਹੜੀ ਲਾਈਨ ਸੀ ਦੈਟ ਇਜ਼ ਦਾ ਇਨਕਮਿੰਗ ਲਾਈਨ 33 kV। ਹੁਣ ਇਹ ਜਿਹੜੀ ਲਾਈਨ ਆ ਉੱਪਰੋਂ 33 kV ਤੋਂ ਹੀ ਚੱਲਦੀ ਆ ਰਹੀ ਆ। ਦੇਖੋ ਪਹਿਲਾਂ ਆਈਸੋਲੇਟਰ ਲੱਗਾ, ਫਿਰ ਉਸੇ ਤਰ੍ਹਾਂ ਹੀ ਸਰਕਟ ਬ੍ਰੇਕਰ ਸੇਮ ਉਸੇ ਤਰ੍ਹਾਂ ਹੀ ਲੱਗਾ ਹੋਇਆ, ਸਰਕਟ ਬ੍ਰੇਕਰ ਤੋਂ ਬਾਅਦ ਫਿਰ ਸੀਟੀ ਲੱਗਾ ਹੋਇਆ, ਸੀਟੀ ਤੋਂ ਬਾਅਦ ਫਿਰ ਇੱਕ ਲਾਈਟਨਿੰਗ ਅਰੈਸਟਰ ਆਪਾਂ ਲਗਾਤਾ ਸੇਫਟੀ ਵਾਸਤੇ। ਤਾਂ ਉਸ ਤੋਂ ਬਾਅਦ ਇੱਕ ਟਰਾਂਸਫਾਰਮਰ ਰੱਖਿਆ। ਦੇਖੋ ਲਾਈਟਨਿੰਗ ਅਰੈਸਟਰ ਕਿੱਥੇ ਲੱਗਿਆ, ਟਰਾਂਸਫਾਰਮਰ ਦੇ ਕੋਲ, ਕਿਉਂਕਿ ਟਰਾਂਸਫਾਰਮਰ ਜਿਹੜਾ ਆ ਉਹਨੂੰ ਸਭ ਤੋਂ ਜ਼ਿਆਦਾ ਖਤਰਾ ਹੈਗਾ, ਆਪਾਂ ਉਹਨੂੰ ਥੰਡਰਬੋਲਟਸ ਤੋਂ ਬਚਾਉਣਾ, ਜਿਹੜੀਆਂ ਆਪਣੀਆਂ ਸਟ੍ਰੋਕਸ ਪੈਂਦੀਆਂ ਜਾਂ ਅਸਮਾਨੀ ਬਿਜਲੀ ਗਿਰਦੀ ਹੈ ਜਾਂ ਕੁਝ ਲਾਈਟਨਿੰਗ ਅਰੈਸਟਰ ਲਗਾਇਆ ਉਹਦੇ ਕਰਕੇ। ਹੁਣ ਇੱਥੇ ਟਰਾਂਸਫਾਰਮਰ ਕਿਹੜਾ ਲਗਾਇਆ, ਦੇਖੋ 33 kV / 11 kV। ਹੁਣ ਜਿਹੜੀ ਇੱਥੇ 33 kV ਤੋਂ ਆਪਾਂ 11 kV ਸਟੈਪ ਡਾਊਨ ਕਰਕੇ ਫਰਦਰ ਆਪਾਂ ਆਊਟਗੋਇੰਗ ਕੋਈ ਫੀਡਰ ਹੈਗਾ ਉਹਨੂੰ ਆਪਾਂ ਸਪਲਾਈ ਦੇ ਦਿੱਤੀ, ਠੀਕ ਹੈ। ਸੇਮ ਚੀਜ਼ ਹੀ ਰਾਈਟ ਸਾਈਡ ਤੇ ਉੱਤੇ ਬਣੀ ਹੋਈ ਹੈ। ਦੇਖੋ ਬੱਸ ਸੈਕਸ਼ਨ 2 ਦੇ ਲੈਫਟ ਸਾਈਡ ਤੇ ਜਿਹੜਾ ਡਾਟ ਹੈਗਾ ਉਹ ਤੋਂ ਥੱਲੇ ਸੇਮ ਉਸੇ ਤਰ੍ਹਾਂ ਆਈਸੋਲੇਟਰ, फिर सर्किट ब्रेकर, फिर करंट ट्रांसफार्मर, फिर लाइटिंग अरेस्टर, फिर ट्रांसफार्मर केड़ा 33 kV / 11 kV, फिर आउटगोइंग 11 kV, ठीक है। ਹੁਣ ਮਤਲਬ ਇਹਦੇ ਵਿੱਚ ਕੀ ਹੋ ਗਿਆ ਕਿ ਆਪਣੇ ਕੋਲ ਦੋ ਸਪਲਾਈਜ਼ ਆ ਰਹੀਆਂ ਹੈਗੀਆਂ ਅਲੱਗ-ਅਲੱਗ ਜਗ੍ਹਾ ਤੋਂ 33 kV ਦੀਆਂ ਇਨਕਮਿੰਗਸ, ਤਾਂ ਉਹਨਾਂ ਨੂੰ ਆਪਾਂ ਸਟੈਪ ਡਾਊਨ ਕਰਕੇ 33 kV ਤੋਂ 11 kV
ਸਟੈਪ ਡਾਊਨ ਕਰਕੇ ਆਪਾਂ ਫਰਦਰ ਜਿਹੜੀਆਂ ਉਹ ਸਪਲਾਈ ਜਿਹੜੀ ਆ ਭੇਜਦੀ ਆ। ਮਤਲਬ ਜਿਹੜਾ ਸਾਡਾ ਇਹ ਇੱਕ ਕਹਿ ਲਓ ਸਬਸਟੇਸ਼ਨ ਜਿਹੜਾ ਬਣਿਆ ਹੋਇਆ ਆਪਾਂ ਦੇਖਦੇ ਹਾਂ, ਇਹਦੇ ਵਿੱਚ 2 ਇਨਕਮਿੰਗਸ ਆ ਰਹੀਆਂ ਨੇ ਅਤੇ 2 ਜਿਹੜੀਆਂ ਆਊਟਗੋਇੰਗਸ ਆ ਰਹੀਆਂ ਨੇ। ਬਟ ਇਨਕਮਿੰਗ ਜਿਹੜੀਆਂ 33 kV ਦੀ ਆ ਅਤੇ ਆਊਟਗੋਇੰਗਸ ਜਿਹੜੀਆਂ ਉਹ 11 kV ਦੀਆਂ ਹੈਗੀਆਂ। ਇਸ ਤਰ੍ਹਾਂ ਇਹ ਕੀ ਡਾਇਗਰਾਮ ਹੁੰਦੀ ਆ। ਹੁਣ ਆਪਾਂ ਪੂਰੀ ਡਾਇਗਰਾਮ ਤਾਂ ਤੁਹਾਨੂੰ ਸਮਝਾਤੀ ਆ। ਇਹਦੀ 1-2 ਐਡਵਾਂਟੇਜਸ ਨੇ, ਉਹ ਆਪਾਂ ਦੇਖੋ ਇੱਥੇ ਡਿਸਕਸ ਕਰਦੇ ਹਾਂ। ਹੁਣ ਕਹਿੰਦਾ ਇਨ ਦਿਸ ਅਰੇਂਜਮੈਂਟ ਦਾ ਸਿੰਗਲ ਬੱਸ ਬਾਰ ਇਜ਼ ਡਿਵਾਈਡਡ ਇਨਟੂ ਸੈਕਸ਼ਨਸ ਐਂਡ ਲੋਡ ਇਜ਼ ਇਕੁਅਲੀ ਡਿਸਟਰੀਬਿਊਟਡ ਔਨ ਆਲ ਦਾ ਸੈਕਸ਼ਨ। ਹੁਣ ਆਪਾਂ ਜਦੋਂ ਪਹਿਲਾਂ ਪੜ੍ਹ ਚੁੱਕੇ ਕਿ ਇੱਕ ਸਿੰਗਲ ਬੱਸ ਬਾਰ ਨੂੰ ਡਿਵਾਈਡ ਕਰਕੇ ਸੈਕਸ਼ਨ ਕਰ ਦਿੱਤੇ ਅਤੇ ਉਹ ਜਿਹੜੇ ਸੈਕਸ਼ਨ ਜਿੰਨੇ ਵੀ ਕੀਤੇ, ਜਾਂ ਆਪਾਂ 2 ਦਿਖਾਏ ਆ, 4, 5, 6 ਜਿੰਨੇ ਵੀ ਤੁਸੀਂ ਸੈਕਸ਼ਨ ਕੀਤੇ ਆ, ਡਿਪੈਂਡ ਕਰਦਾ ਤੁਹਾਡੇ 'ਤੇ ਰਿਕੁਆਇਰਮੈਂਟ ਕਿੱਦਾਂ ਦੀ ਹੈ ਜਾਂ ਕਿੱਦਾਂ ਦਾ ਸਬਸਟੇਸ਼ਨ ਤੁਸੀਂ ਬਣਾਉਣਾ। ਆਪਾਂ ਜਿਹੜੇ 2 ਕਹਿੰਦਾ ਸੈਕਸ਼ਨ ਕੀਤੇ ਸੀ, ਜਿੰਨੇ ਵੀ ਸੈਕਸ਼ਨ ਆਪਾਂ ਕਰਾਂਗੇ ਕਹਿੰਦਾ ਉਹਨਾਂ ਨੂੰ ਜਿਹੜਾ ਲੋਡ ਹੈ ਉਹ ਇਕੁਅਲੀ ਡਿਵਾਈਡ ਕਰ ਦਾਂਗੇ ਪੂਰੇ ਸੈਕਸ਼ਨ ਦੇ ਉੱਤੇ। ਕਹਿੰਦਾ ਐਨੀ 2 ਸੈਕਸ਼ਨਸ ਆਫ ਦਾ ਬੱਸ ਬਾਰ ਆਰ ਕਨੈਕਟਡ ਬਾਏ ਅ ਸਰਕਟ ਬ੍ਰੇਕਰ ਐਂਡ ਆਈਸੋਲੇਟਰ। ਅਤੇ ਜਿਹੜੇ ਸੈਕਸ਼ਨਸ ਜਿਹੜੇ ਆ ਉਹਨਾਂ ਨੂੰ ਆਪਸ ਵਿੱਚ ਜਿਹੜਾ ਜੋੜਿਆ ਹੈਗਾ ਉਹ ਸਰਕਟ ਬ੍ਰੇਕਰ ਦੇ ਨਾਲ ਅਤੇ ਆਈਸੋਲੇਟਰਸ ਨਾਲ ਜੋੜਿਆ ਹੈਗਾ। 2 ਪ੍ਰਿੰਸੀਪਲ ਐਡਵਾਂਟੇਜਸ ਆਰ ਕਲੇਮਡ ਫॉर ਦਾ ਅਰੇਂਜਮੈਂਟ। ਫਸਟਲੀ ਕਿਹੜਾ, ਇਫ ਏ ਫਾਲਟ ਅਕਰਜ਼ ਔਨ ਐਨੀ ਸੈਕਸ਼ਨ ਆਫ ਦਾ ਬੱਸ that section can be isolated without affecting the supply from other section। ਹੁਣ ਮਤਲਬ ਸਪੋਜ਼ ਕਰੋ ਆਪਣੇ ਲੈਫਟ ਸਾਈਡ ਵਾਲੇ ਸੈਕਸ਼ਨ 'ਤੇ ਕੋਈ ਫਾਲਟ ਪੈ ਜਾਂਦਾ ਤਾਂ ਸੈਂਟਰ ਇੱਕ ਸਰਕਟ ਬ੍ਰੇਕਰ ਲੱਗਾ ਆ ਅਤੇ ਸਰਕਟ ਬ੍ਰੇਕਰ ਬੜੇ ਆਰਾਮ ਨਾਲ ਉਸ ਪਰਟੀਕੂਲਰ ਸੈਕਸ਼ਨ ਨੂੰ ਆਈਸੋਲੇਟ ਕਰਦਾ, ਲੈਫਟ ਵਾਲੇ ਨੂੰ ਆਈਸੋਲੇਟ ਕਰ ਦੇਗਾ ਅਤੇ ਰਾਈਟ ਵਾਲਾ ਜਿਹੜਾ ਉਸੇ ਤਰ੍ਹਾਂ ਹੀ ਕੰਮ ਕਰਦਾ ਰਹੇਗਾ। ਇੱਕ ਤਾਂ ਇਹ ਫਾਇਦਾ ਹੈ। ਸੈਕੰਡਲੀ ਕਹਿੰਦਾ ਰਿਪੇਅਰ ਐਂਡ ਮੇਨਟੇਨੈਂਸ ਆਫ ਐਨੀ ਸੈਕਸ਼ਨ ਆਫ ਦਾ ਬੱਸ ਵਰਕ ਕੈਨ ਬੀ ਕੈਰੀਡ ਆਊਟ ਬਾਏ ਡੀ-ਐਨਰਜਾਈਜ਼ਿੰਗ ਦੈਟ ਸੈਕਸ਼ਨ ਓਨਲੀ। ਹੁਣ ਮਤਲਬ ਆਪਾਂ ਮੇਨਟੇਨੈਂਸ ਕਰਨੀ ਹੈ, ਸਪੋਜ਼ ਕਰੋ ਰਾਈਟ ਸੈਕਸ਼ਨ ਦੀ ਮੇਨਟੇਨੈਂਸ ਕਰਨੀ ਹੈ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਆਪਾਂ ਰਾਈਟ ਸਾਈਡ ਵਾਲੇ ਨੂੰ ਡੀ-ਐਨਰਜਾਈਜ਼ ਕਰਕੇ ਤਾਂ ਉਹਦੇ ਸੈਕਸ਼ਨ ਦੀ ਆਪਾਂ ਮੇਨਟੇਨੈਂਸ ਵਗੈਰਾ ਕਰਕੇ ਫਿਰ ਉਹਨੂੰ ਔਨ ਕਰ ਸਕਦੇ ਹਾਂ। ਐਲੀਮੀਨੇਟਿੰਗ ਦਾ ਪੋਸੀਬਿਲਿਟੀ ਆਫ ਕੰਪਲੀਟ ਸ਼ਟਡਾਊਨ, ਮਤਲਬ ਆਪਾਂ ਨੂੰ ਕੰਪਲੀਟ ਸ਼ਟਡਾਊਨ ਕਰਨ ਦੀ ਲੋੜ ਨਹੀਂ ਆ। ਆਪਾਂ ਜਿਹੜੇ ਵੀ ਮਤਲਬ ਸੈਕਸ਼ਨ ਦੀ ਆਪਾਂ ਰਿਪੇਅਰ ਜਾਂ ਮੇਨਟੇਨੈਂਸ ਕਰਨੀ ਆ, ਆਪਾਂ ਉਹਨੂੰ ਆਈਸੋਲੇਟ ਕਰਕੇ ਉਹਦੀ ਰਿਪੇਅਰ ਕਰ ਸਕਦੇ ਹੈਗੇ ਆ। ਦਿਸ ਅਰੇਂਜਮੈਂਟ ਇਜ਼ ਯੂਜ਼ਡ ਫॉर ਵੋਲਟੇਜ ਅਪ ਟੂ 33 kV। ਇੱਦਾਂ ਦਾ ਅਰੇਂਜਮੈਂਟ ਕਹਿੰਦਾ 33 kV ਦੇ ਉੱਤੇ ਤੱਕ ਦੇ ਯੂਜ਼ ਕਰਦੇ ਹਾਂ। ਜੇ ਤੋਂ ਉੱਪਰਲੀ ਵੋਲਟੇਜ ਹੋ ਜਾਂਦੀ ਆ, ਹਾਈ ਵੋਲਟੇਜ ਆ ਜਾਂਦੀ ਹੈ 66 kV ਆ ਜਾਂ 132 kV ਆ ਜਾਂ 220 kV ਆ, ਤਾਂ ਉਹਨਾਂ ਦੇ ਜਿਹੜੀਆਂ ਡਾਇਗਰਾਮਸ ਨੇ ਉਹ ਡਿਫਰੈਂਟ ਹੁੰਦੀਆਂ। ਬਟ ਦਿਸ ਇਜ਼ ਦਾ ਨਾਰਮਲ ਕੀ ਡਾਇਗਰਾਮ। ਇਸ ਤੋਂ ਉੱਪਰਲੇ ਦੇ ਜਿਹੜੀ ਆ ਉਹ ਕੀ ਡਾਇਗਰਾਮ ਜਾਂ ਐਕਚੁਅਲ ਜੋ ਕੀ ਡਾਇਗਰਾਮ ਹੁੰਦੀ ਹੈਗੀ ਆ, ਜੋ ਆਪਾਂ ਕਹਿ ਸਕਦੇ ਹਾਂ ਕਿ ਸਬਸਟੇਸ਼ਨ ਦੀ ਐਕਚੁਅਲ ਜੋ ਡਰਾਇੰਗ ਹੈਗੀ ਆ ਉਹ ਡਿਫਰੈਂਟ ਹੋ ਸਕਦੀ ਆ। ਬਟ ਇਹ ਤੁਹਾਡੇ ਸਮਝਣ ਲਈ, ਤੁਸੀਂ ਡਿਪਲੋਮਾ ਸਟੂਡੈਂਟਸ ਹੋ, ਤੁਹਾਡੇ ਸਮਝਣ ਲਈ ਇਹ ਸਿੰਪਲ ਕੀ ਡਾਇਗਰਾਮ ਜਿਹੜੀ ਆ ਉਹ ਆਪਾਂ ਡਿਸਕਸ ਕੀਤੀ ਹੈਗੀ ਆ। ਥੈਂਕ ਯੂ।